ਤਾਂ ਅੱਜ ਚਰਚਾ ਇਸ ਮੁੱਦੇ ਉੱਤੇ ਹੀ ਕਰਾਂਗੇ, ਇਸ ਕਰਕੇ ਵੀ ਹੋਣੀ ਜ਼ਰੂਰੀ ਹੈ ਕਿਉਂਕਿ ਸਿੱਧਾ ਭਾਰਤ ਦੇ ਨਾਲ ਇਹ ਪੂਰਾ ਮੁੱਦਾ ਜੁੜਿਆ ਹੋਇਆ। ਇੱਕ ਪਾਸੇ ਜਸਟਿਨ ਟਰੂਡੋ ਦੇ ਜਿਹੜੇ ਕਦਮ ਨੇ ਉਹ ਨੇ ਤੇ ਦੂਜੇ ਪਾਸੇ ਜਿਹੜੇ ਐਕਸ਼ਨ ਭਾਰਤ ਸਰਕਾਰ ਦੇ ਵੱਲੋਂ ਲਏ ਜਾ ਰਹੇ ਨੇ। ਜੋ ਰਿਪੋਰਟ ਅਸੀਂ ਤੁਹਾਨੂੰ ਸੁਣਾਈ ਉਸ ਦੇ ਵਿੱਚ ਜ਼ਿਕਰ ਵੀਜ਼ਾ ਸਟ੍ਰਾਈਕ ਦਾ ਵੀ ਹੋ ਰਿਹਾ ਹੈ ਕਿ ਜਿਹੜਾ ਵੀਜ਼ਾ ਦੇਣਾ ਰੋਕਿਆ ਗਿਆ ਭਾਰਤ ਸਰਕਾਰ ਦੇ ਵੱਲੋਂ ਉਹ ਕੈਨੇਡਾ ਦੇ ਲੋਕਾਂ ਨੂੰ ਤਾਂ ਪ੍ਰਭਾਵਿਤ ਕਰਦਾ ਹੈ, ਇੱਕ ਵੱਡੀ ਗਿਣਤੀ ਦੇ ਵਿੱਚ ਭਾਰਤੀਆਂ ਨੂੰ ਵੀ ਪ੍ਰਭਾਵਿਤ ਕਰ ਰਿਹਾ, ਖਾਸ ਤੌਰ ਤੇ ਜਿਹੜੇ ਉੱਥੇ ਜਾ ਕੇ ਵਸ ਗਏ, ਉੱਥੇ ਦੇ ਸਿਟੀਜ਼ਨ ਬਣ ਗਏ ਔਰ ਉਹਨਾਂ ਦੇ ਪਰਿਵਾਰ ਇਸ ਸਮੇਂ ਪੰਜਾਬ ਦੇ ਵਿੱਚ ਜਾਂ ਦੇਸ਼ ਦੇ ਕਿਸੇ ਹੋਰ ਹਿੱਸੇ ਦੇ ਵਿੱਚ ਰਹਿੰਦੇ ਨੇ। ਆਪਾਂ ਚਰਚਾ ਇਸ ਮੁੱਦੇ ਦੇ ਉੱਤੇ ਕਰਾਂਗੇ। ਇੱਕ ਪਾਸੇ ਧਰੂਵੀਕਰਨ ਦਾ ਜ਼ਿਕਰ ਹੋ ਰਿਹਾ, ਰਾਜਾ ਵੜਿੰਗ ਨੂੰ ਤੁਸੀਂ ਸੁਣਿਆ, ਉਹ ਤਾਂ ਇੱਥੋਂ ਤੱਕ ਕਹਿ ਗਏ ਕਿ ਭਾਰਤ ਤੋਂ ਹੀ ਸਿੱਖਿਆ ਦੁਨੀਆ ਨੇ ਧਰੂਵੀਕਰਨ ਦਾ ਮੁੱਦਾ। ਇਹ ਬਹੁਤ ਵੱਡੀ ਸਟੇਟਮੈਂਟ ਇੱਕ ਤਰੀਕੇ ਨਾਲ ਤੁਸੀਂ ਕਹਿ ਸਕਦੇ ਹੋ। ਸ਼ੁਰੂਆਤ ਕਰਦੇ ਹਾਂ ਚਰਚਾ ਦੀ। ਸਭ ਤੋਂ ਪਹਿਲਾਂ ਤੁਹਾਡਾ ਤਾਰੁਫ ਕਰਵਾਉਂਦੇ ਹਾਂ ਅੱਜ ਦੇ ਮਹਿਮਾਨਾਂ ਦੇ ਨਾਲ। ਸਾਡੇ ਨਾਲ ਕੁਲਦੀਪ ਧਾਲੀਵਾਲ ਜੀ ਜੁੜ ਰਹੇ ਨੇ, ਬੀਜੇਪੀ ਨੂੰ ਰਿਪਰੈਜ਼ੈਂਟ ਕਰਨਗੇ। ਧਾਲੀਵਾਲ ਸਾਹਿਬ ਬਹੁਤ ਬਹੁਤ ਸਵਾਗਤ ਹੈ। ਹਰਜੀਤ ਭੁੱਲਰ ਜੀ ਜੁੜ ਰਹੇ ਨੇ, ਸਟੂਡੀਓ ਦੇ ਵਿੱਚ ਮੌਜੂਦ ਨੇ, ਸ਼੍ਰੋਮਣੀ ਅਕਾਲੀ ਦਲ ਨੂੰ ਰਿਪਰੈਜ਼ੈਂਟ ਕਰਨਗੇ। ਭੁੱਲਰ ਸਾਹਿਬ ਬਹੁਤ ਬਹੁਤ ਸਵਾਗਤ ਹੈ। ਸਾਡੇ ਨਾਲ ਨਰਿੰਦਰ ਸੰਧੂ ਜੀ ਜੁੜ ਰਹੇ ਨੇ, ਕਾਂਗਰਸ ਨੂੰ ਰਿਪਰੈਜ਼ੈਂਟ ਕਰਨਗੇ। ਸੰਧੂ ਸਾਹਿਬ ਬਹੁਤ ਬਹੁਤ ਸਵਾਗਤ ਹੈ। ਸਾਡੇ ਨਾਲ ਪ੍ਰੋਫੈਸਰ MP ਸਿੰਘ ਜੀ ਜੁੜ ਰਹੇ ਨੇ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਰਿਪਰੈਜ਼ੈਂਟ ਕਰਨਗੇ। ਪ੍ਰੋਫੈਸਰ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ। ਸਾਰੇ ਮਹਿਮਾਨਾਂ ਦਾ ਸਵਾਗਤ ਹੈ। ਪ੍ਰੋਫੈਸਰ MP ਸਿੰਘ ਜੀ ਅੱਜ ਸਾਡੇ ਨਾਲ ਫੋਨ ਲਾਈਨ ਤੇ ਜੁੜੇ ਹੋਏ ਨੇ ਔਰ ਪੂਰੀ ਡਿਬੇਟ ਦੇ ਵਿੱਚ ਉਹਨਾਂ ਤੋਂ ਵੀ ਅਸੀਂ ਸਵਾਲ ਜਵਾਬ ਕਰਨ ਦੀ ਕੋਸ਼ਿਸ਼ ਕਰਾਂਗੇ। ਮੈਂ ਸ਼ੁਰੂਆਤ ਕਰਦਾ ਸਟੂਡੀਓ ਤੋਂ ਹੀ, ਅਕਾਲੀ ਦਲ ਤੋਂ ਹੀ। ਭੁੱਲਰ ਜੀ, ਇਸ ਪੂਰੀ ਦੇਖੋ ਪਿਛਲੇ ਕਈ ਦਿਨਾਂ ਤੋਂ ਚਰਚਾ ਦਾ ਵਿਸ਼ਾ ਵੀ ਬਣਿਆ ਹੋਇਆ, ਪਰ ਇਸ ਸਭ ਦੇ ਵਿਚਾਲੇ ਇੱਕ ਜਦੋਂ ਇਲੈਕਸ਼ਨ ਦਿਮਾਗ ਦੇ ਵਿੱਚ ਆਉਂਦਾ ਨਾ, ਇਹ ਆਮ ਤੌਰ ਤੇ ਲੋਕਾਂ ਦੀ ਧਾਰਨਾ ਬਣੀ ਹੋਈ ਹੈ ਕਿ ਕੁਝ ਵੀ ਹੋ ਸਕਦਾ ਹੈ, ਕਿਹਾ ਜਾ ਸਕਦਾ ਹੈ ਜਾਂ ਕੀਤਾ ਜਾ ਸਕਦਾ ਹੈ। ਤੁਹਾਨੂੰ ਲੱਗਦਾ ਹੈ ਕਿ ਕੁਰਸੀ ਜਾਂਦੀ ਦੇਖ ਜਸਟਿਨ ਟਰੂਡੋ ਭਾਰਤ ਦੇ ਉੱਤੇ ਇਲਜ਼ਾਮ ਲਗਾਉਣੇ ਸ਼ੁਰੂ ਕਰ ਦਿੰਦੇ ਨੇ ਤੇ ਇਸ ਦਾ ਸਿੱਧਾ ਅਸਰ, ਹੁਣ ਗੱਲ ਇਹ ਵੀ ਹੈ ਨਾ ਕਿ ਇਹ ਹੋ ਕੀ ਰਿਹਾ ਹੈ। ਮੈਂ ਇੱਕ ਬਿਆਨ ਕੋਟ ਕਰਦਾ, ਉਸ ਤੋਂ ਬਾਅਦ ਤੁਸੀਂ ਆਪਣੀ ਗੱਲ ਜ਼ਰੂਰ ਰੱਖਿਓ। ਜੈਸੀ ਸਿੰਘ ਨੇ, ਚੇਅਰਮੈਨ ਨੇ ਸਿੱਖਸ ਆਫ ਅਮਰੀਕਾ ਦੇ, ਉਹ ਕਹਿੰਦੇ ਨੇ ਕਿ ਆਪਣੇ ਮੁਫਾਦ ਦੇ ਲਈ ਜਸਟਿਨ ਟਰੂਡੋ ਨੇ ਸਿੱਖਾਂ ਨੂੰ ਵੰਡਣ ਦੀ ਕੋਸ਼ਿਸ਼ ਕੀਤੀ ਹੈ ਕਿ ਇੱਕ ਪਾਸੇ ਜਿਨ੍ਹਾਂ ਦੇ ਉੱਤੇ ਖਾਲਿਸਤਾਨ ਦਾ ਟੈਗ ਲਗਾ ਦਿੱਤਾ ਗਿਆ ਤੇ ਦੂਜੇ ਪਾਸੇ ਜਿਹੜੇ ਖਾਲਿਸਤਾਨ ਦਾ ਸਪੋਰਟ ਨਹੀਂ ਕਰਦੇ, ਇੱਕ ਤਰੀਕੇ ਨਾਲ ਵੰਡਣ ਦੀ ਕੋਸ਼ਿਸ਼ ਕੀਤੀ ਹੈ ਆਪਣੇ ਮੁਫਾਦ ਦੇ ਲਈ। ਕੀ ਅਕਾਲੀ ਦਲ ਇਸ ਦੇ ਨਾਲ ਇਤਫਾਕ ਰੱਖਦਾ? ਤੁਹਾਨੂੰ ਲੱਗਦਾ ਕਿ ਇਹ ਸਭ ਕੁਝ ਜਸਟਿਨ ਟਰੂਡੋ ਜਾਂ ਕੈਨੇਡਾ ਦੇ ਵਿੱਚ ਇਸ ਸਮੇਂ ਹੁੰਦਾ ਹੋਇਆ ਨਜ਼ਰ ਆ ਰਿਹਾ? ਦੇਖੋ, ਇਸ ਤਰ੍ਹਾਂ ਹੈਗਾ ਗੌਰਵ ਜੀ ਕਿ ਜੋ ਅੱਜ ਹਾਲਾਤ ਪੈਦਾ ਹੋਏ ਨੇ ਕੈਨੇਡਾ ਔਰ ਇੰਡੀਆ ਦੇ ਵਿੱਚ ਜੀ, ਬਹੁਤ ਹੀ ਮੰਦਭਾਗੇ, ਬਹੁਤ ਹੀ ਖਤਰਨਾਕ ਹਾਲਾਤ ਨੇ। ਇਹ ਹਾਲਾਤ ਕਿਤੇ ਨਾ ਕਿਤੇ ਜਿਹੜਾ 1947 ਵਾਲਾ ਦੌਰ ਸੀਗਾ ਜਿਹਦੇ ਵਿੱਚ ਕੁਝ ਪਰਿਵਾਰ ਉੱਧਰ ਰਹਿ ਗਏ, ਕੁਝ ਪਰਿਵਾਰ ਇੱਧਰ ਰਹਿ ਗਏ, ਅਗਰ ਇਹਨੂੰ ਅਸੀਂ ਇਸ ਤਰ੍ਹਾਂ ਹੀ ਕੰਟੀਨਿਊਟੀ 'ਚ ਰੱਖਿਆ ਔਰ ਔਨ ਟੇਬਲ ਕੋਈ ਗੱਲਬਾਤ ਕਰਕੇ ਇਹਦਾ ਸੋਲੂਸ਼ਨ ਨਾ ਕੱਢਿਆ ਔਰ ਅਗਰ ਇਸ ਤਰ੍ਹਾਂ ਹੀ ਐਰੋਗੈਂਸ ਦੋਨੋਂ ਪਾਸਿਓਂ ਚੱਲਦੀ ਰਹੀ ਤੇ ਮੈਨੂੰ ਲੱਗਦਾ ਕਿ ਇਹ ਹਾਲਾਤ ਉਹੋ ਜਿਹੇ ਬਣ ਜਾਣਗੇ ਵੀ ਕੁਝ ਪਰਿਵਾਰ ਕੈਨੇਡਾ ਰਹਿ ਜਾਣਗੇ, ਕੁਝ ਪਰਿਵਾਰ ਹਿੰਦੁਸਤਾਨ ਰਹਿ ਜਾਣਗੇ ਔਰ ਆਪਸ ਦੇ ਵਿੱਚ ਜਿਹੜਾ ਮੇਲ ਮਿਲਾਪ ਹੈ ਉਹ ਕਿਤੇ ਨਾ ਕਿਤੇ ਔਖਾ ਹੋ ਜਾਊਗਾ। ਮੈਨੂੰ ਇਹ ਕਹਿਣ 'ਚ ਕੋਈ ਗੁਰੇਜ਼ ਨਹੀਂ ਕਿ ਠੀਕ ਹੈ ਉੱਥੇ ਕੁਛ ਲੋਕ ਹੋ ਸਕਦੇ ਹੈ, ਕੋਈ 100 200 300 1000 ਬੰਦਾ ਹੋ ਸਕਦਾ ਹੈ ਜੀ। ਉਹਦੇ ਲਈ ਇੰਡੀਅਨ ਗਵਰਨਮੈਂਟ ਕੋਈ ਵੀ ਐਕਸ਼ਨ ਕਰੇ, ਸਾਨੂੰ ਉਹਦੇ ਲਈ ਕੋਈ ਇਤਰਾਜ਼ ਨਹੀਂ, ਅਸੀਂ ਨਾਲ ਖੜੇ ਹਾਂ। ਲੇਕਿਨ ਉਹਨਾਂ ਬੰਦਿਆਂ ਦਾ ਕਰਕੇ ਜਿਹੜੇ ਲੱਖਾਂ ਦੀ ਤਾਦਾਦ ਦੇ ਵਿੱਚ ਨੌਜਵਾਨ ਉੱਥੇ ਗਏ ਹੋਏ ਆ, ਜਿਨ੍ਹਾਂ ਦੇ ਪਰਿਵਾਰ ਇੱਥੇ ਨੇ, ਬਹੁਤ ਸਾਰੇ ਲੋਕ ਐਸੇ ਨੇ ਜਿਨ੍ਹਾਂ ਦੇ ਮਾਂ-ਬਾਪ ਇੱਥੇ ਨੇ, ਜਿਹੜੇ ਉੱਥੇ ਸਿਟੀਜ਼ਨਸ਼ਿਪ ਲੈ ਚੁੱਕੇ ਨੇ ਲੇਕਿਨ ਉਹਨਾਂ ਦੇ ਪੇਰੈਂਟਸ ਇੱਥੇ ਨੇ ਜਾਂ ਉਹਨਾਂ ਦੇ ਰਿਸ਼ਤੇਦਾਰ ਇੱਥੇ ਹੈ, ਜਿਹੜੇ ਹਰ ਸਾਲ ਇੱਕ ਬਹੁਤ ਵੱਡੀ ਤਾਦਾਦ 'ਚ ਹਿੰਦੁਸਤਾਨ ਆਉਂਦੇ ਨੇ ਔਰ ਆਪਣਾ ਇੱਕ ਬਹੁਤ ਵੱਡਾ ਸਰਮਾਇਆ ਜਿਹੜਾ ਹਿੰਦੁਸਤਾਨ ਦੀ ਜਿਹੜੀ ਆਪਣੀ ਆਰਥਿਕ ਸਥਿਤੀ ਉਹਦੇ 'ਚ ਪਾ ਕੇ ਜਾਂਦੇ ਨੇ, ਇੱਥੇ ਪੈਸਾ ਖਰਚ ਕੇ ਜਾਂਦੇ ਆ। ਬਿਲਕੁਲ। ਔਰ ਅਗਰ ਇਹ ਸਭ ਕੁਝ ਹੋਏਗਾ ਤੇ ਉਹ ਜਿਹੜੇ ਲੋਕ ਨੇ ਉਹਨਾਂ ਦਾ ਕੀ ਬਣੇਗਾ, ਉਹਨਾਂ ਦਾ ਫਿਊਚਰ ਕੀ ਹੈ? ਤੁਸੀਂ ਸਟੈਂਡ ਲਓ, ਅਸੀਂ ਉਸ ਗੱਲ ਦੇ ਹੱਕ 'ਚ ਹੈਗੇ ਹਾਂ ਬਿਲਕੁਲ, ਤੁਸੀਂ ਸਖਤ ਸਟੈਂਡ ਲਓ, ਜਿੰਨਾ ਲੈ ਸਕਦੇ ਲਓ ਤੁਸੀਂ, ਲੇਕਿਨ ਕੁਝ ਲੋਕਾਂ ਦੀ ਸਜ਼ਾ ਇੱਕ ਪੂਰੇ ਤਬਕੇ ਨੂੰ ਦੇਣਾ ਜਾਂ ਇੱਕ ਪੂਰੀ ਸਟੇਟ ਨੂੰ ਦੇਣਾ ਜਾਂ ਇੱਕ ਪੂਰੇ ਮਾਹੌਲ ਨੂੰ ਕ੍ਰੀਏਟ ਕਰਕੇ ਦੇ ਦੇਣਾ ਉਹ ਗਲਤ ਹੈ। ਅਗਰ ਉੱਥੇ ਧਰੂਵੀਕਰਨ ਕੀਤਾ ਜਾ ਰਿਹਾ ਕੋਈ ਕਿਸੇ ਵੀ ਤਰੀਕੇ ਦਾ ਉੱਥੋਂ ਦੇ ਜਿਹੜੇ ਪ੍ਰਾਈਮ ਮਿਨਿਸਟਰ ਨੇ ਉਹਨਾਂ ਵੱਲੋਂ ਜੀ, ਦੇਖੋ ਧਰੂਵੀਕਰਨ ਤਾਂ ਇੱਥੇ ਵੀ ਹੋ ਰਿਹਾ, ਹਿੰਦੁਸਤਾਨ 'ਚ ਵੀ ਹੋ ਰਿਹਾ, ਉਹੀ ਚੀਜ਼ ਉੱਥੇ ਹੋ ਰਹੀ ਹੈ ਕਿਉਂਕਿ ਉੱਥੇ ਜਿਹੜੀ ਉਹ 22% ਵੋਟ ਇੱਕ ਧਿਰ ਨੂੰ ਪੈ ਰਹੀ ਹੈ ਜੀ, ਨਜ਼ਰ ਤੇ ਉਸ ਵੋਟ ਤੇ ਹੈ ਕਿਉਂਕਿ ਜਦੋਂ ਉਹ ਵੋਟ ਔਰ ਜਸਟਿਨ ਟਰੂਡੋ ਦੀ ਵੋਟ ਇਕੱਠੀ ਹੁੰਦੀ ਹੈ ਤਾਂ ਫਿਰ ਸਰਕਾਰ ਬਣਦੀ ਹੈ। ਹਾਂ, ਸਰਕਾਰ ਬਣਦੀ ਹੈ ਔਰ ਦੂਸਰੀ ਜਿਹੜੀ ਤੀਸਰੀ ਧਿਰ ਹੈ ਉਸ ਤੋਂ 10% ਤੋਂ 12-15% ਉੱਪਰ ਚਲੀ ਜਾਂਦੀ ਹੈ। ਠੀਕ ਹੈ। ਔਰ ਅਗਰ ਉਹ ਟਾਰਗੇਟ ਨਹੀਂ ਹੁੰਦੀ ਤੇ ਜਸਟਿਨ ਟਰੂਡੋ ਕਿਸੇ ਵੀ ਹਾਲਤ ਦੇ ਵਿੱਚ ਜਿਹੜੇ ਹੈ ਉਹ ਪ੍ਰਾਈਮ ਮਿਨਿਸਟਰ ਨਹੀਂ ਬਣ ਸਕਦੇ। ਹਾਲਾਂਕਿ ਇਲੈਕਸ਼ਨ ਦੂਰ ਹੈ ਉੱਥੇ ਭੁੱਲਰ ਜੀ, ਇਲੈਕਸ਼ਨ ਉੱਥੇ ਜੇ ਮੈਂ ਗਲਤ ਨਹੀਂ ਤਾਂ ਅਕਤੂਬਰ 2025 ਦੇ ਆਸ-ਪਾਸ ਹੋਣਗੇ, ਯਾਨੀ ਕਰੀਬ 2 ਸਾਲ ਦਾ ਸਮਾਂ ਹੈ ਅਜੇ ਵੀ। ਮੈਂ ਪਰ ਗੱਲ ਇਹ ਹੈ ਵੀ ਉੱਥੇ ਇਲੈਕਸ਼ਨ ਦੇ ਵਿੱਚ 2 ਸਾਲ ਦਾ ਸਮਾਂ ਹੈ, ਪਰ ਇੱਥੇ ਤੇ 6 ਮਹੀਨੇ ਦਾ ਸਮਾਂ ਹੈ। ਇਸ ਚੀਜ਼ ਨੂੰ ਤੁਸੀਂ ਇਕੱਲਾ ਕੈਨੇਡਾ ਦੀ ਰਾਜਨੀਤੀ ਨਾਲ ਜੋੜ ਕੇ ਹੀ ਨਹੀਂ ਦੇਖ ਸਕਦੇ, ਇਸ ਨੂੰ ਤੁਸੀਂ ਹਿੰਦੁਸਤਾਨ ਦੀ ਰਾਜਨੀਤੀ ਨਾਲ ਵੀ ਜੋੜ ਕੇ ਦੇਖੋ ਜੀ। ਟਰੂਡੋ ਦੀ ਸਟੇਟਮੈਂਟ ਨੂੰ ਅਗਰ ਕੋਈ ਸਭ ਤੋਂ ਵੱਧ ਬਣਾ ਰਿਹਾ ਹੈ ਤੇ ਅੱਜ ਹਿੰਦੁਸਤਾਨ ਦੀ ਗਵਰਨਮੈਂਟ ਬਣਾ ਰਹੀ ਹੈ।
ਕੋਈ ਟਰੂਡੋ ਤੇ ਖੈਰ ਬੈਕਫੁੱਟ ਤੇ ਜਿਸ ਤਰ੍ਹਾਂ ਵੀ ਹੈ, ਉਹਨੇ ਤਾਂ ਇੱਕ ਸਟੇਟਮੈਂਟ ਦੇਤੀ ਜੀ, ਲੇਕਿਨ ਉਹ ਸਟੇਟਮੈਂਟ ਨੂੰ ਅਗਰੈਸਿਵ ਤਰੀਕੇ ਨਾਲ ਜਿਸ ਤਰੀਕੇ ਨਾਲ ਬਣਾਉਣ ਦੀ ਕੋਸ਼ਿਸ਼ ਹਿੰਦੁਸਤਾਨ 'ਚ ਇਹ ਦਿਖਾ ਕੇ ਕੀਤੀ ਜਾ ਰਹੀ ਹੈ ਕਿ ਕਿਤੇ ਸ਼ਾਇਦ ਪੰਜਾਬ ਦਾ ਹਰ ਸ਼ਖਸ ਜਿਹੜਾ ਹੈ ਜਾਂ ਜਿਹੜਾ ਪੱਗਧਾਰੀ ਹੈ ਉਹ ਸਾਰੇ ਅੱਤਵਾਦੀ ਨੇ ਜਾਂ ਖਾੜਕੂ ਨੇ ਜਾਂ ਉਹ ਖਾਲਿਸਤਾਨੀ ਨੇ। ਚਲੋ ਠੀਕ ਹੈ, ਮੈਂ ਅੱਗੇ ਵਧਾਂ, ਇੱਕ ਛੋਟਾ ਜਿਹਾ ਸਟੇਟਮੈਂਟ ਦੇ ਦਿਓ। ਤੁਹਾਨੂੰ ਲੱਗਦਾ ਹੈ ਕਿ ਜਸਟਿਨ ਟਰੂਡੋ ਦੀ ਸਟੇਟਮੈਂਟ ਤੋਂ ਬਾਅਦ ਇੰਡੀਅਨ ਗਵਰਨਮੈਂਟ ਨੂੰ ਸ਼ਾਂਤ ਰਹਿਣਾ ਚਾਹੀਦਾ ਸੀ? ਨਹੀਂ, ਇੰਡੀਅਨ ਗਵਰਨਮੈਂਟ ਨੂੰ ਘੱਟੋ ਘੱਟ ਜੀ, ਅਗਰ ਉਹਨਾਂ ਨੇ ਇੱਕ ਐਕਸ਼ਨ ਲਿਆ ਸੀਗਾ ਤੇ ਨਹੀਂ ਉਹਨਾਂ ਨੇ ਡਿਪਲੋਮੈਟ ਨੂੰ ਕਿਹਾ ਬਾਹਰ ਚਲਾ ਜਾ, ਇੰਡੀਆ ਨੇ ਕਹਿ ਦਿੱਤਾ ਕਿ ਤੁਸੀਂ ਇੱਕ ਆਊਟ ਹੋ ਜਾਓ, ਗਿਆ ਠੀਕ ਹੈ, ਐਡਵਾਈਜ਼ਰੀ ਉਹਨਾਂ ਨੇ ਜਾਰੀ ਕਰ ਦਿੱਤੀ, ਅਸੀਂ ਕਰ ਦਿੱਤੀ। ਮਤਲਬ ਤੁਹਾਨੂੰ ਲੱਗ ਰਿਹਾ ਕਿ ਜਿਹੜਾ ਇੱਕ ਫਰਦਰ ਸਟੈਪ ਲਿਆ ਗਿਆ ਵੀਜ਼ਾ ਰੋਕਣ ਵਾਲਾ, ਉਹ ਨਹੀਂ ਹੋਣਾ ਉਹ ਚਾਹੀਦਾ? ਮੰਦਭਾਗਾ ਹੈ। ਉਹਦੇ ਨਾਲ ਕੀ ਹੈ ਕਿ ਸਭ ਤੋਂ ਵੱਧ ਅਗਰ ਕਿਸੇ ਨੂੰ ਡੈਮੇਜਸ ਹੋਣਗੀਆਂ ਜੀ, ਉਹ ਸਾਡੇ ਪੰਜਾਬੀ ਭਾਈਚਾਰਾ ਜਿਹੜਾ ਹੈ, ਚਾਹੇ ਕੋਈ ਵੀ ਧੀਰ ਨਾਲ ਤਾਲੁਕ ਰੱਖਦਾ ਹੋਵੇ, ਇਹਨਾਂ ਨੂੰ ਹੋਣਗੀਆਂ। ਬਿਲਕੁਲ ਨਹੀਂ, ਦੇਖੋ ਗੱਲ ਇਹ ਹੈ ਕਿ ਸਿਰਫ ਪੰਜਾਬ ਤੱਕ ਗੱਲ ਸੀਮਿਤ ਨਹੀਂ, ਇਨਫੈਕਟ ਪੂਰੇ ਦੇਸ਼ ਦੇ ਵਿੱਚ ਨੇ ਲੋਕ ਜਿਹੜੇ ਕੈਨੇਡਾ ਜਾ ਕੇ ਵਸ ਗਏ, ਉੱਥੇ ਦੇ ਸਿਟੀਜ਼ਨ ਬਣ ਗਏ। ਹਾਂ, ਆਪਾਂ ਇਹ ਜ਼ਰੂਰ ਕਹਿ ਸਕਦੇ ਹਾਂ ਕਿ ਪੰਜਾਬ ਦੇ ਵਿੱਚ ਮੈਜੋਰਟੀ ਹੋਏਗੀ, ਬਹੁਤ ਜ਼ਿਆਦਾ ਗਿਣਤੀ ਪੰਜਾਬੀਆਂ ਦੀ ਹੋਏਗੀ। ਆਪਾਂ ਇੱਕ ਵਾਰ ਸਾਰਿਆਂ ਦਾ ਰੁਖ ਕਰਦੇ ਹਾਂ। ਨਰਿੰਦਰ ਸੰਧੂ ਜੀ ਦਾ ਮੈਂ ਰੁਖ ਕਰਦਾ, ਕਾਂਗਰਸ ਨੂੰ ਰਿਪਰੈਜ਼ੈਂਟ ਕਰ ਰਹੇ ਨੇ। ਸੰਧੂ ਸਾਹਿਬ, ਆਵਾਜ਼ ਮੇਰੀ ਪਹੁੰਚ ਰਹੀ ਹੋਏਗੀ ਉਮੀਦ ਹੈ। ਦੇਖੋ, ਮੈਂ ਸਵਾਲ ਉੱਥੇ ਹੀ ਸ਼ੁਰੂਆਤ ਕਰਦਾ ਹਾਂ, ਪੋਲਰਾਈਜੇਸ਼ਨ। ਤੁਹਾਨੂੰ ਲੱਗਦਾ ਕਿ ਧਰੁਵੀਕਰਨ ਕੀਤਾ ਜਾ ਰਿਹਾ ਹੈ ਜਸਟਿਨ ਟਰੂਡੋ ਦੇ ਵੱਲੋਂ? ਰਾਜਾ ਵੜਿੰਗ ਨੂੰ ਦਰਸ਼ਕ ਵੀ ਸੁਣ ਰਹੇ ਸਨ, ਤੁਹਾਡੇ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ। ਰਾਜਾ ਵੜਿੰਗ ਸਟੇਟਮੈਂਟ ਦਿੰਦੇ ਨੇ ਕਿ ਭਾਰਤ ਤੋਂ ਸਿੱਖਿਆ ਦੁਨੀਆ ਨੇ, ਵਿਸ਼ਵ ਗੁਰੂ ਦਾ ਅਸੀਂ ਜ਼ਿਕਰ ਕਰ ਰਹੇ ਹਾਂ, ਪਰ ਕੀ ਪੋਲਰਾਈਜੇਸ਼ਨ ਸਿੱਖ ਲਈ ਸਾਡੇ ਤੋਂ? ਦੇਖੋ ਜੀ, ਬਿਲਕੁਲ ਉਹਨਾਂ ਦਾ ਠੀਕ ਬਿਆਨ ਹੈ। ਪੋਲਰਾਈਜੇਸ਼ਨ, ਧਰੁਵੀਕਰਨ ਜਿਹੜਾ ਉਹਨਾਂ ਨੇ ਇੰਡੀਆ ਤੋਂ ਸਿੱਖਿਆ, ਕੋਈ ਸ਼ੱਕ ਨਹੀਂ ਇਹ 'ਚ। ਵੇਖੋ ਤੁਹਾਨੂੰ ਮੈਂ ਨਹੀਂ, ਇੰਡੀਆ ਤੋਂ ਸਿੱਖਿਆ ਸਪੈਸੀਫਿਕ ਤੁਸੀਂ ਕਿਸੇ ਪਾਰਟੀ ਦਾ ਜ਼ਿਕਰ ਕਰਨਾ ਚਾਹੁੰਦੇ ਹੋ? ਨੇ ਉੱਥੇ ਜਾ ਕੇ ਤੇ ਸਿਰਫ ਖਾਲਸ, ਚਲੋ ਜੀ ਤੁਸੀਂ ਸਮਝਦਾਰ ਜੇ। ਮੈਂ ਇੰਡੀਆ ਤੋਂ ਕਹਿ ਰਿਹਾ, ਕਿਹੜੀ ਪਾਰਟੀ ਹੁਕਮਰਾਨ ਹੈ ਇੱਥੇ? ਬੀਜੇਪੀ ਹੈ ਨਾ। ਸਾਡੇ ਤੋਂ ਥੋੜੀ ਸਿੱਖ ਲੈਣਾ ਉਹਨਾਂ ਨੇ, ਬੀਜੇਪੀ ਤੋਂ ਹੀ ਸਿੱਖਿਆ। ਜਦੋਂ ਆਸਟ੍ਰੇਲੀਆ ਪੀਐਮ ਜਾਂਦੇ ਨੇ ਉੱਥੇ ਜਾ ਕੇ ਸਿਰਫ ਇੱਕੋ ਗੱਲ ਕਰਦੇ ਨੇ ਜੀ, ਇਹ ਖਾਲਿਸਤਾਨੀ ਮੁੱਦਾ। ਹਾਲਾਂਕਿ ਤੁਸੀਂ ਉੱਥੇ ਵੇਖਿਆ ਵੀ, ਉਹਦੇ ਬਾਅਦ ਦੇ ਵਿੱਚ ਮੰਦਰਾਂ ਦੇ ਵਿੱਚ ਉੱਥੇ ਪਾਇਆ ਗਿਆ ਵੀ ਕਿਸੇ ਖਾਲਿਸਤਾਨੀ ਨੇ ਸਲੋਗਨ ਲਿਖੇ ਸੀ, ਹਿੰਦੂਆਂ ਨੇ ਜਿਹੜੇ ਉੱਥੇ ਸੀ ਉਹਨਾਂ ਨੇ ਆਪ ਮੰਦਰ ਦੇ ਬੰਦਿਆਂ ਨੇ ਲਿਖੇ ਸੀਗੇ। ਉਹ ਸਾਰਾ ਕਲੀਅਰ ਹੋ ਗਈ। ਅੱਛਾ, ਉਸ ਤੋਂ ਬਾਅਦ ਤੁਸੀਂ ਵੇਖਿਆ G20 ਸਮਿਟ ਹੋਇਆ, ਉਹਦੇ ਵਿੱਚ ਵੀ ਜਦੋਂ ਟਰੂਡੋ ਸਾਹਿਬ ਆਏ ਤੇ ਆਉਂਦਿਆਂ ਹੀ ਤੁਸੀਂ ਸਿੱਖਾਂ ਦੇ ਤੇ ਖਾਲਿਸਤਾਨੀਆਂ ਦੀ ਗੱਲ ਕੀਤੀ। ਤੁਸੀਂ ਗੱਲ ਕਰਦੇ ਪੰਜਾਬੀਆਂ ਦੀ ਕੁਰਬਾਨੀਆਂ ਦੀ, ਤੁਸੀਂ ਗੱਲ ਕਰਦੇ ਪੰਜਾਬੀਆਂ ਦੀ ਤਰੱਕੀ ਦੀ, ਤੁਸੀਂ ਗੱਲ ਕਰਦੇ ਇਹਨਾਂ ਦੀ ਬਹਾਦਰੀ ਦੀ, ਕੁਰਬਾਨੀਆਂ ਦੀ ਗੱਲ ਕੀਤੀ? ਕੋਈ ਨਹੀਂ ਕੀਤੀ। ਤੁਸੀਂ ਗੱਲ ਕਰਦੇ ਸਟੂਡੈਂਟ ਦੀ, ਕੈਨੇਡਾ ਦੇ ਵਿੱਚ ਜਿਹੜੇ ਵਿਚਾਰੇ ਖੱਜਲ ਖੁਆਰ ਹੁੰਦੇ ਨੇ, ਜਿਨ੍ਹਾਂ ਦੀ ਫੀਸਾਂ ਵੱਧ ਗਈਆਂ, ਜਿਨ੍ਹਾਂ ਨੂੰ ਰਹਿਣ ਨੂੰ ਥਾਂ ਨਹੀਂ ਮਿਲ ਰਿਹਾ, ਰੋਟੀ ਨਹੀਂ ਮਿਲ ਰਹੀ, ਤੁਸੀਂ ਗੱਲ ਨਹੀਂ ਕੀਤੀ। ਤੁਸੀਂ ਖਾਲਿਸਤਾਨੀਆਂ ਦੀ ਗੱਲ ਕਰਦੇ, ਸਾਰਿਆਂ ਨੂੰ ਇੱਕ ਬੰਨੇ ਲਾਤਾ। ਔਰ ਤੁਸੀਂ ਵੇਖਿਆ ਵੀ ਇਹਦੇ ਨਾਲ ਕੀ ਹੋਇਆ। ਜਦੋਂ G20 ਤੋਂ ਜਾ ਕੇ ਜਾਂਦੇ ਆ ਸਾਰੇ, ਉਹਨਾਂ ਨੇ ਤੋਂ ਗੱਲ ਕੀਤੀ, ਉੱਥੇ ਬਹੁਤਾਤ ਤੁਸੀਂ ਵੇਖਿਆ ਸਿੱਖ ਨੇ, ਉਹਨਾਂ ਦਾ ਸਿੱਖਾਂ ਦਾ ਬਹੁਤ ਜ਼ਿਆਦਾ ਯੋਗਦਾਨ ਕੈਨੇਡਾ ਵਿੱਚ, ਤੇ ਉਹਨਾਂ ਨੂੰ ਜਾ ਕੇ ਬਿਆਨ ਦੇਤਾ ਵੀ ਜਿਹੜਾ ਹਰਦੀਪ ਸਿੰਘ ਨਿੱਜਰ ਆ ਉਹਦੇ ਵਿੱਚ ਕਤਲ ਦੇ ਵਿੱਚ ਇਹਨਾਂ ਦੀ ਸ਼ਮੂਲੀਅਤ। ਹਾਲਾਂਕਿ ਅਸੀਂ ਇਸ ਗੱਲ ਨੂੰ ਕੰਡੈਮ ਕਰਦੇ ਹਾਂ, ਉਹਨਾਂ ਨੇ ਬਿਨਾਂ ਕਿਸੇ ਸਬੂਤ ਤੋਂ, ਬਿਨਾਂ ਕਿਸੇ ਗੱਲ ਤੋਂ ਇਹ ਗੱਲ ਕਹਿਤੀ, ਇਹ ਬਿਲਕੁਲ ਗਲਤ ਸੀ। ਪਰ ਜਿਹੜੀ ਉਹਨਾਂ ਨੇ ਗੱਲ ਸਿੱਖ ਲਈ, ਇੰਡੀਆ ਨੂੰ ਪਤਾ ਲੱਗ ਗਿਆ, ਕਿਉਂਕਿ ਬੀਜੇਪੀ ਚਾਹੁੰਦੀ ਆ, ਕਿਉਂਕਿ ਪੰਜਾਬ ਦੇ ਵਿੱਚ ਉਹਨਾਂ ਦੀ ਸਰਕਾਰ ਨਹੀਂ ਆਈ, ਉਹ ਸਾਨੂੰ ਸ਼ੁਰੂ ਤੋਂ ਕਿੜ ਕੱਢਦੇ ਨੇ। ਧਰੁਵੀਕਰਨ ਤੁਸੀਂ ਵੇਖਿਆ ਕਿਸਾਨੀ ਅੰਦੋਲਨ ਦੇ ਵਿੱਚ ਵੀ ਆਖਿਆ ਕਈ, ਆ ਇੱਕ ਕੰਗਨਾ ਰਣੌਤ ਆ, ਤੁਸੀਂ ਵੇਖੋ ਇਸ ਹਾਲੇ ਡਿਬੇਟ ਦਾ ਹਿੱਸਾ ਨਹੀਂ, ਕਿਸ ਹੈਸੀਅਤ ਨਾਲ ਉਹਨੂੰ ਅੱਜ ਉਹਨੂੰ ਸੱਦਿਆ ਗਿਆ, ਔਰ ਕਿਸ ਹੈਸੀਅਤ ਨਾਲ ਉਹ ਸਿੱਖਾਂ ਨੂੰ ਕਹਿ ਰਹੀ ਹੈ ਵੀ ਤੁਸੀਂ ਖਾਲਿਸਤਾਨ ਨੂੰ ਵੱਖਰੇ ਹੋ ਜਾਓ। ਹੁਣ ਸਾਨੂੰ ਸਰਟੀਫਿਕੇਟ ਲੈਣਾ ਪਊਗਾ ਸਿੱਖਾਂ ਨੂੰ, ਇੱਕ ਕੰਗਨਾ ਰਣੌਤ ਕੋਲੋਂ, ਇੱਕ ਐਕਟਰੈਸ ਕੋਲੋਂ, ਬਈ ਤੇਰੀ ਬੀਬੀ ਤੇਰੀ ਐਕਟਰੈਸ ਆ, ਤੂੰ ਜਾ ਕੇ ਆਪਣੀ ਐਕਟਿੰਗ ਕਰ, ਤੂੰ ਸਾਨੂੰ ਕੌਣ ਹੁੰਦੀਆਂ ਕਹਿਣ ਵਾਲੇ ਸਿੱਖਾਂ ਨੂੰ? ਅੱਜ ਸਿੱਖਾਂ ਨੇ ਇਹ ਗੱਲ ਸਾਨੂੰ ਦੱਸਣ ਦੀ ਲੋੜ ਹੈ ਵੀ ਖਾਲਸਾ ਕੌਣ ਆ। ਅੱਜ ਵੇਖੋ, ਅੱਜ ਇੱਕ ਡਿਬੇਟ ਦੇ ਵਿੱਚ ਹਰਜੀਤ ਗਰੇਵਾਲ ਜੀ ਬੀਜੇਪੀ ਦੇ, ਮੈਂ ਤਾਰੀਫ ਕਰੂੰਗਾ ਉਹਨਾਂ ਦੀ, ਉਹਨਾਂ ਨੇ ਗੱਲ ਕਹੀ, ਕਹਿੰਦਾ ਵੀ ਇਹਨੂੰ ਮੂੰਹ ਦੇ ਬਵਾਸੀ ਰੋਗੇ, ਇਹਨੂੰ ਚੁੱਪ ਕਰਾਉਣਾ ਚਾਹੀਦਾ, ਇਹਦੇ ਕੋਲ ਸਿਕਿਉਰਿਟੀ ਵਾਪਸ ਲੈ ਲਓ। ਦੱਸੋ ਉਹਨਾਂ ਦੀ, ਇਹਨਾਂ ਦੇ ਬਿਆਨ। ਪਰ ਤੁਸੀਂ ਕੰਗਨਾ ਰਣੌਤ ਦਾ ਜ਼ਿਕਰ ਕਰ ਰਹੇ ਹੋ, ਗੱਲ ਤਾਂ ਇਹ ਹੈ ਕਿ ਤੁਸੀਂ ਬੀਜੇਪੀ ਨੂੰ ਟਾਰਗੇਟ ਕਰ ਰਹੇ ਹੋ। ਤੁਸੀਂ ਇਹ ਕਹਿਣਾ ਚਾਹ ਰਹੇ ਹੋ ਕਿ ਬੀਜੇਪੀ ਦੀ ਸ਼ਾਇਦ ਉੱਤੇ ਬੋਲ ਰਹੀ ਹੈ ਕੰਗਨਾ ਰਣੌਤ, ਜੇਕਰ ਕੋਈ ਸਟੇਟਮੈਂਟ ਦਿੰਦੀ ਹੈ? ਬਿਲਕੁਲ। ਦੇਖੋ ਗੌਰਵ ਜੀ, ਮੈਨੂੰ ਦੱਸੋ, ਨਵੀਂ ਸੰਸਦ ਦਾ ਉਦਘਾਟਨ ਹੋਵੇ, ਮੈਂ ਤੁਹਾਨੂੰ 100 ਲੇਡੀਜ਼ ਦੀ ਲਿਸਟ ਦੱਸਾਂ ਜਿਹੜੇ ਜਿਨ੍ਹਾਂ ਦਾ ਸ਼ਾਨ ਆ, ਜਿਨ੍ਹਾਂ ਦੇ ਉੱਤੇ ਅਸੀਂ ਇੰਡੀਆ ਸ਼ਾਨ ਮਾਣ ਕਰ ਸਕਦੇ ਹਨਾ। ਮੈਰੀ ਕਾਮ ਨੂੰ ਲੈ ਆਉਂਦੇ ਕਿੰਨੀਆਂ, ਮੈਂ ਹੋਰ ਤੁਹਾਨੂੰ ਦੱਸ ਸਕਦਾ। ਕੰਗਨਾ ਰਣੌਤ ਨੂੰ ਕਿਉਂ ਲੈ? ਚਲੋ ਸਾਨੂੰ ਕੋਈ ਫਿਰ ਵੀ ਇਤਰਾਜ਼ ਨਹੀਂ, ਤੁਸੀਂ ਲੈ ਜੀ ਨੂੰ ਲਿਆ ਕੇ ਐਸਾ ਬਿਆਨ ਦੇਣਾ, ਜਾਂ ਤੇ ਬੀਜੇਪੀ ਇਸ ਬਿਆਨ ਨੂੰ ਕੰਡੈਮ ਕਰੇ ਜਾਂ ਕਹੇ ਵੀ ਠੀਕ ਹੈ, ਦੋਨਾਂ ਚ ਗੱਲ ਕਰੇ। ਐਸਾ ਬਿਆਨ ਐਸੇ ਮੌਕੇ ਤੇ ਦੇਣਾ, ਗੱਲ ਇਹ ਹੈ ਕਿ ਮੈਂ ਰਿਕੁਐਸਟ ਇਹ ਕਰ ਰਿਹਾ ਕਿ ਆਪਣਾ ਕੰਗਨਾ ਰਣੌਤ ਦੇ ਉੱਤੇ ਗੱਲ ਨਹੀਂ ਕਰਨੀ ਹੈਗੀ। ਕੰਗਨਾ ਰਣੌਤ ਦੀ ਸਟੇਟਮੈਂਟਸ ਪਹਿਲਾਂ ਵੀ ਕਿਸਾਨ ਅੰਦੋਲਨ ਦੇ ਵਿੱਚ ਬਹੁਤ ਚਰਚਾ ਦਾ ਵਿਸ਼ਾ ਰਹੀਆਂ ਨੇ, ਪਰ ਆਪਾਂ ਕੋਸ਼ਿਸ਼ ਕਰੀਏ ਕਿ ਟੌਪਿਕ ਜਿਹੜਾ ਅੱਜ ਆਪਾਂ ਧਰੁਵੀਕਰਨ ਵਾਲਾ ਚੁਣਿਆ ਹੋਇਆ, ਫਿਰਕੂ ਪੱਤੇ ਵਾਲਾ ਚੁਣਿਆ ਹੋਇਆ, ਉਸ ਦੇ ਉੱਤੇ ਫੋਕਸ ਕਰਾਂ। ਮੈਂ ਇੱਕ ਸਭ ਦਾ ਰਿਐਕਸ਼ਨ ਲੈਣਾ, ਮੈਂ ਤੁਹਾਡੇ ਕੋਲ ਆਉਣਾ। ਮੈਂ ਤੁਹਾਨੂੰ ਗੌਰਵ ਜੀ ਧਰੁਵੀਕਰਨ ਠੀਕ ਹੈ, ਤੁਸੀਂ ਕੰਪਲੀਟ ਕਰ ਲਓ ਆਪਣੀ ਗੱਲ, ਕੰਪਲੀਟ ਕਰ ਗੌਰਵ ਜੀ। ਮੈਂ ਤੁਹਾਨੂੰ ਧਰੁਵੀਕਰਨ ਦਾ ਹੀ ਦੱਸ ਰਿਹਾ ਸੀ ਵੀ ਬੀਜੇਪੀ ਕਿਵੇਂ
ਜੀ ਬਈ ਬੀਜੇਪੀ ਜਿਹੜੀ ਆ ਉਹ ਕਿਵੇਂ ਧਰੁਵੀਕਰਨ ਕਰਦੀ ਆ, ਔਰ ਦੂਸਰੇ ਦੇਸ਼ਾਂ ਨੇ ਔਰ ਕੈਨੇਡਾ ਨੇ ਸਾਡੇ ਤੋਂ ਸਿੱਖ ਲਿਆ ਬਈ ਵੋਟ ਬੈਂਕ ਦੀ ਰਾਜਨੀਤੀ ਕਿਵੇਂ ਹੁੰਦੀ ਆ। ਹਾਲੀ ਇਲੈਕਸ਼ਨ ਦੇਰ ਪਈ ਆ, ਪਰ ਟਰੂਡੋ ਨੂੰ ਇਹ ਲੱਗ ਰਿਹਾ ਪਤਾ ਵੀ ਮੈਂ ਜਿਹੜੇ ਇਹ ਇਹਨਾਂ ਦੇ ਨਾਲ ਜਿੰਨਾ ਚਿਰ ਨਹੀਂ, ਵੇਖੋ ਉੱਥੇ ਨਾ ਮਹਿੰਗਾਈ ਬੜੀ ਹੋ ਗਈ ਆ। ਉਹਨਾਂ ਨੇ ਤਾਂ ਦੋ ਕੰਮ ਕਰਨੇ ਸ਼ੁਰੂ ਕੀਤੇ, ਇੱਕ ਤੇ ਜਿਹੜੇ ਸਸਤੇ ਘਰ ਬਣਾਉਣੇ ਸ਼ੁਰੂ ਕੀਤੇ, ਤੇ ਇੱਕ ਜਿਹੜੇ ਆ ਵੱਖਵਾਦੀ ਅੱਤਵਾਦੀ ਇਹਨਾਂ ਦੇ ਨਾਲ ਕਿਹਾ ਇਹਨਾਂ ਨੂੰ, ਇਹਨਾਂ ਦੀ ਮੈਂ ਸਪੋਰਟ ਕਰਕੇ ਇਹਨਾਂ ਦਾ ਬਿਆਨ ਦੇਵਾਂ ਤੇ ਮੈਂ ਕੁਝ ਹੋ ਸਕਦਾ। ਦੇਖੋ ਗੌਰਵ ਜੀ, ਮੁੱਠੀ ਭਰ ਲੋਕ ਨੇ, ਇਹਨਾਂ ਨਾਲ ਸਾਡੀ, ਮੈਂ ਸਾਰੇ ਦੇਸ਼ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ, ਮੁੱਠੀ ਭਰ ਲੋਕਾਂ ਵਾਸਤੇ ਸਾਡੀ ਸਾਰੀ ਕਮਿਊਨਿਟੀ ਨੂੰ ਬਦਨਾਮ ਨਾ ਕਰੋ। ਆਪਾਂ ਸਾਰੇ ਬੀਇੰਗ ਸਿੱਖ, ਮੈਂ ਇਹ ਕਹਿਣਾ ਚਾਹੁੰਦਾ ਵੀ ਅਸੀਂ ਬਹੁਤ ਬਹਾਦਰ ਕੌਮ ਆ। ਨਹੀਂ, ਕੋਈ ਡਾਊਟ ਨਹੀਂ ਹੈ ਸਰ ਇਸ ਦੇ ਵਿੱਚ। ਗੱਲ ਇਹ ਹੈ ਨਾ ਕਿ ਕੁਝ ਲੋਕਾਂ ਦੀਆਂ ਸਟੇਟਮੈਂਟਸ ਤਰੀਕੇ ਨਾਲ ਹੁੰਦੀਆਂ ਨੇ। ਮੈਂ ਤੁਹਾਡੇ ਕੋਲ ਵਾਪਸ ਆਉਣਾ, ਤੁਸੀਂ ਆਪਣੀ ਗੱਲ ਰੱਖੀ ਹੈ। ਮੈਂ ਇੱਕ ਵਾਰੀ ਕੁਲਦੀਪ ਧਾਲੀਵਾਲ ਜੀ ਔਰ ਸਾਡੇ ਨਾਲ ਪ੍ਰੋਫੈਸਰ ਸਾਹਿਬ ਜੁੜੇ ਹੋਏ ਨੇ, MP ਸਿੰਘ ਜੀ, ਉਹਨਾਂ ਦਾ ਰੁਖ ਕਰਾਂਗਾ, ਪਰ ਪਹਿਲਾਂ ਮੈਂ ਕੁਲਦੀਪ ਧਾਲੀਵਾਲ ਜੀ ਦਾ ਰੁਖ ਕਰਦਾ। ਧਾਲੀਵਾਲ ਸਾਹਿਬ, ਵਿਸ਼ਵ ਗੁਰੂ ਦਾ ਆਪਾਂ ਜ਼ਿਕਰ ਕਰ ਰਹੇ ਹਾਂ। ਦੇਖੋ, ਕਾਂਗਰਸ ਕਹਿੰਦੀ ਦੁਨੀਆ ਨੇ ਸਿੱਖਿਆ ਕੀ ਹੈ, ਧਰੁਵੀਕਰਨ, ਪੋਲਰਾਈਜੇਸ਼ਨ ਸਿੱਖ ਲਈ ਭਾਰਤ ਤੋਂ, ਔਰ ਕਹਿੰਦੇ ਸਪੈਸੀਫਿਕਲੀ ਬੀਜੇਪੀ ਦਾ ਨਾਮ ਲੈ ਰਹੇ ਨੇ ਕਿ ਬੀਜੇਪੀ ਤੋਂ ਸਿੱਖਿਆ ਇਹ ਸਭ ਕੁਝ। ਅੱਜ ਜਸਟਿਨ ਟਰੂਡੋ ਦਾ ਜੇ ਜ਼ਿਕਰ ਆਪਾਂ ਕਰ ਰਹੇ ਹਾਂ ਕਿ ਧਰੁਵੀਕਰਨ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਕਹਿੰਦੇ ਬੀਜੇਪੀ ਤੋਂ ਸਿੱਖਿਆ। ਗੌਰਵ ਜੀ, ਮੈਂ ਸੰਧੂ ਸਾਹਿਬ ਸਤਿਕਾਰਯੋਗ ਨੇ, ਸੀਨੀਅਰ ਬੁਲਾਰੇ ਆ, ਪਰ ਇਹਨਾਂ ਦੇ ਪ੍ਰਧਾਨ ਜਿਹੜੇ ਰਾਜਾ ਵੜਿੰਗਾ, ਸਟੇਟਮੈਂਟ ਉਹਨਾਂ ਦੀ, ਇਹਨਾਂ ਨੇ ਤਾਂ ਉਸੇ ਤੇ ਬੋਲਣਾ। ਮੈਨੂੰ ਹਾਸਾ ਆ ਰਿਹਾ ਇਸ ਗੱਲ ਤੇ। ਛੱਜ ਤਾਂ ਬੋਲੇ, ਛਾਨ ਨਹੀਂ ਬੋਲੇ। ਇਹ ਕੀਤਾ ਕਿਹਨੇ ਆ? ਖਾਲਿਸਤਾਨ ਦਾ ਮੁੱਦਾ ਖੜਾ ਕਾਂਗਰਸ ਨੇ। ਇਹ ਜਿਹੜਾ ਦਰਬਾਰ ਸਾਹਿਬ ਤੇ ਅਟੈਕ ਕਿਹਨੇ ਕੀਤਾ? ਕਾਂਗਰਸ ਨੇ। ਇਹ ਲੋਕ ਇੱਥੋਂ ਦੇਸ਼ ਤੋਂ ਬਾਹਰ ਕਿਹਨੇ ਕੱਢੇ? ਕਾਂਗਰਸ ਨੇ। ਇਹ ਕਾਂਗਰਸ ਗੱਲਾਂ ਕਰਦੀ ਆ, ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਗੱਲਾਂ ਕਰਦਿਆਂ ਨੂੰ ਇਦਾਂ ਦੀਆਂ। ਆ ਕਦੇ ਵੀ ਦੇਸ਼ ਨਾਲ ਖੜਦੇ ਹੀ ਨਹੀਂ, ਹਮੇਸ਼ਾ ਦੇਸ਼ ਦੇ ਉਲਟ ਖੜੇ ਹੋਣਾ ਇਹਨਾਂ ਨੇ। ਦੇਸ਼ ਦੇ ਨਾਲ ਸਟੈਂਡ ਨਹੀਂ ਲੈਣਾ, ਦੇਸ਼ ਨੂੰ ਤੋੜਨਾ, ਦੇਸ਼ ਦੇ ਵੱਖ-ਵੱਖ ਟੁਕੜੇ ਕਰਨੇ, ਵੱਖ-ਵੱਖ ਲੋਕਾਂ ਨੂੰ ਜਾਤੀਆਂ 'ਚ ਵੰਡਣਾ, ਇਹ ਪਹਿਲੇ ਦਿਨ ਤੋਂ ਕਾਂਗਰਸ ਦਾ ਕੰਮ ਰਿਹਾ। ਇਹ ਕਿਹੜੇ ਧਰੁਵੀਕਰਨ ਦੀ ਗੱਲ ਕਰਦੇ ਆ? ਔਰ ਜਿੱਥੋਂ ਤੱਕ ਗੱਲ ਮੈਂ ਕਰਾਂ ਜਸਟਿਨ ਟਰੂਡੋ ਦੀ, ਜਿਹੜਾ ਆਪਣਾ ਮਸਲਾ ਚੱਲ ਰਿਹਾ, ਦੇਖੋ ਜਸਟਿਨ ਟਰੂਡੋ ਇਹ ਬਿਲਕੁਲ ਸਾਹਮਣੇ ਆ, ਸਾਰਾ ਹੀ ਆ ਗਿਆ। ਭੁੱਲਰ ਸਾਹਿਬ ਵੀ ਗੱਲ ਕਰ ਰਹੇ ਸੀ, ਮੈਂ ਉਹਨਾਂ ਦੀ ਗੱਲ ਤੇ ਬਾਅਦ ਚ ਆਊਂਗਾ ਕਿ ਉਹਨਾਂ ਨੂੰ ਪਤਾ ਹੈ ਕਿ ਕਿਵੇਂ ਅਸੀਂ ਜਿਹੜੀ ਪਾਰਟੀ 22% ਵਾਲੀ ਉਹਨੂੰ ਨਾਲ ਲੈਣਾ, ਉਹਦੇ ਕਰਕੇ ਉਹਨਾਂ ਨੇ ਜਿਹੜਾ ਹੈਗਾ ਬਿਨਾਂ ਕਿਸੇ ਗੱਲ ਤੋਂ, ਬੇਸਡ ਔਨ ਐਲੀਗੇਸ਼ਨਸ, ਬੇਸਡ ਔਨ ਪ੍ਰੂਫ ਨਹੀਂ, ਬੇਸਡ ਆਫ ਐਲੀਗੇਸ਼ਨ, ਇੱਕ ਮਿੱਤਰ ਦੇਸ਼ ਨਾਲ ਰਿਸ਼ਤੇ ਤੋੜ ਲਏ। ਦੁਨੀਆ ਦੇ ਵਿੱਚ ਐਸਾ ਕੋਈ ਵੀ ਦੇਸ਼ ਅੱਜ ਤੱਕ ਨਹੀਂ ਹੋਇਆ ਜਿਹਨੇ ਏਦਾਂ ਕੰਮ ਕੀਤਾ ਹੋਵੇ ਔਰ ਜਿਹਨੇ ਇੰਨੀਆਂ ਇਨਵੈਸਟਮੈਂਟ ਦਾ ਕੀਤਾ ਹੋਵੇ। ਉਹ ਸਿਰਫ ਉਹਨਾਂ ਦਾ ਰਾਜ ਸੀ, ਸੌੜੇ ਹਿੱਤ ਹੈ। ਔਰ ਦੂਜੀ ਗੱਲ ਮੈਨੂੰ ਇਹ ਵੀ ਗਿਲਾ ਉਹਨਾਂ ਤੇ ਕਿ ਉਹ ਜਿਹੜਾ ਪੰਜਾਬੀਆਂ ਨੇ ਸਿਰ ਮੱਥੇ ਬਿਠਾਇਆ ਸੀ ਟਰੂਡੋ ਸਾਹਿਬ ਨੂੰ, ਔਰ ਪੰਜਾਬੀਆਂ ਦਾ ਹੀ ਭੁੱਖ ਜਿਹੜਾ ਉਹਨਾਂ ਨੇ ਦਾਤੇ ਲਾਤਾ। ਔਰ ਜਿੱਥੋਂ ਤੱਕ ਗਵਰਨਮੈਂਟ ਆਫ ਇੰਡੀਆ ਦੀ ਗੱਲ ਕਰਦੇ ਆ ਭੁੱਲਰ ਸਾਹਿਬ, ਗਵਰਨਮੈਂਟ ਆਫ ਇੰਡੀਆ ਨੇ ਸਿਰਫ ਉਹਨਾਂ ਦੇ ਸਟੈਪ ਦੇ ਉੱਤੇ ਰਿਐਕਟ ਕੀਤਾ, ਪਹਿਲ ਨਹੀਂ ਕੀਤੀ ਕੋਈ। ਜੇ ਉਹਨਾਂ ਨੇ ਕੋਈ ਸਟੈਪ ਚੱਕਿਆ, ਨਾਲ ਦੀ ਨਾਲ ਉਹ ਚੱਕਣਾ ਚਾਹੀਦਾ ਸੀ। ਜੇ ਉਹ ਚੱਕਣਾ ਨਾ ਜਾਂਦਾ ਸਟੈਪ, ਤਾਂ ਗਵਰਨਮੈਂਟ ਆਫ ਇੰਡੀਆ ਦਾ ਫੇਲਿਅਰ ਹੁੰਦਾ ਉਹਦੇ ਵਿੱਚ। ਔਰ ਜਿੱਥੋਂ ਤੱਕ ਗੱਲ ਇਹਨਾਂ ਨੇ ਸਾਡੇ ਹਿੱਤਾਂ ਦੀ ਕੀਤੀ ਹੈ, ਪੰਜਾਬੀਆਂ ਦੇ ਹਿੱਤਾਂ ਦੀ, ਉਹ ਸਾਡੇ ਮਾਣਯੋਗ ਪ੍ਰਧਾਨ ਨੇ ਪਹਿਲਾਂ ਹੀ ਕਹਿਤਾ, ਜਾਖੜ ਸਾਹਿਬ ਨੇ, ਕਿ ਅਸੀਂ ਜਿਹੜਾ ਹੈਗਾ ਸੰਪਰਕ ਦੇ ਵਿੱਚ ਆ, ਅਸੀਂ ਹੈਲਪਲਾਈਨ ਵੀ ਜਾਰੀ ਕਰ ਰਹੇ ਹਾਂ। ਔਰ ਦੂਜੀ ਗੱਲ ਤੁਹਾਡੇ ਦਰਸ਼ਕਾਂ ਨੂੰ ਦੱਸਦਾ, ਮੈਕਸਿਮਮ ਸਾਡੇ ਲੋਕ OIC ਕਾਰਡ ਹੋਲਡਰ ਆ ਤੇ ਭਾਰਤ ਦੇ ਪਾਸਪੋਰਟ ਹੋਲਡਰ ਹੈ। ਜਿਹੜੇ ਉੱਥੇ ਸਟੂਡੈਂਟ ਬੈਠੇ ਆ ਪਾਸਪੋਰਟ ਹੋਲਡਰ ਹੈ, ਬਾਕੀ OIC ਕਾਰਡ ਹੋਲਡਰ ਹੈ। ਇਹ ਸਿਰਫ ਉਹਨਾਂ ਜਿਹੜੇ ਲੋਕਾਂ ਨੂੰ ਤਕਲੀਫ ਹੋਣੀ ਆ ਜਿਹੜੇ ਉਧਰਲੇ ਗੋਰੇ ਆ, ਜਿਹੜੇ ਵੀਜ਼ਾ ਲੈ ਕੇ ਆਉਣਾ ਪੈਂਦਾ ਜਿੰਨਾ ਤੋਂ, ਜਾਂ ਜਿੰਨਾ ਕੋਲੇ OIC ਕਾਰਡ ਨਹੀਂ ਹੈਗਾ। ਤੋਂ ਇਹ ਬਿਨਾਂ ਗੱਲ ਤੋਂ ਜਿਹੜੀਆਂ ਸਾਡੀਆਂ ਵਿਰੋਧੀ ਪਾਰਟੀਆਂ, ਇਹ ਮਤਲਬ ਦੇਸ਼ ਇੱਕ ਪਾਸੇ ਕੁਰਬਾਨੀਆਂ ਦੀ ਗੱਲ ਕਰਦੇ ਆ, ਆਪਾਂ ਸਾਰੇ ਦੇਸ਼ 'ਚ ਆਪਾਂ ਮਾਣ ਕਰਦੇ ਆ ਯਾਰ, ਪੰਜਾਬ ਨੇ ਸਭ ਤੋਂ ਜ਼ਿਆਦਾ ਕੁਰਬਾਨੀਆਂ ਕੀਤੀਆਂ। ਕੁਲਦੀਪ ਜੀ, ਇਹ ਵੀ ਦੱਸ ਦਿਓ ਕਿ ਕਿਹੜੇ ਗੋਰੇ ਇਸ ਸਮੇਂ ਆਉਣਾ ਚਾਹੁੰਦੇ ਨੇ ਭਾਰਤ? ਉਹ ਤਾਂ ਘੁੰਮਣ ਫਿਰਨ ਆਣਗੇ ਨਾ, ਜੇ ਆਣਗੇ ਟੂਰਿਸਟ ਬਣ ਕੇ ਆਣਗੇ, ਟੂਰਿਸਟ ਬਣ ਕੇ ਆਣਗੇ, 4 ਪੈਸੇ ਇੱਥੇ ਸਾਡੇ ਬਿਜ਼ਨਸ ਦੇ ਵਿੱਚ ਇਜ਼ਾਫਾ ਹੋਏਗਾ। ਨੌਕਰੀਆਂ ਦੇਣ ਵਾਸਤੇ ਵੀ ਬੁਲਾਉਣੇ ਆ ਗੌਰਵ ਜੀ, ਸ਼ਾਇਦ ਉਹਨੂੰ ਕਿਸੇ ਨੂੰ ਰੋਕਿਆ ਗਿਆ ਹੋਵੇ। ਇਹ ਜਿਹੜਾ ਦੇਖੋ ਸਟੈਪ ਰੈਸੀਪ੍ਰੋਕਲ ਸਟੈਪ ਹੈ, ਉਹਨਾਂ ਨੇ ਸਟੈਪ ਚੱਕਿਆ, ਉਹਨਾਂ ਨੇ ਇੱਧਰ ਲਾਇਆ ਕਿ ਸਾਰੇ ਜਿੰਨੇ ਸਾਡੇ ਬੰਦੇ ਆ ਉਹ ਖਤਰੇ 'ਚ ਆ। ਉਹਨਾਂ ਨੇ ਇੱਕ ਐਡਵਾਈਜ਼ਰੀ ਜਾਰੀ ਕਰਤੀ, ਤਾਂ ਸਾਨੂੰ ਵੀ ਉਹਦਾ ਸਟੈਪ ਜਿਹੜਾ ਹੈਗਾ ਭਾਰਤ ਸਰਕਾਰ ਨੇ ਚੱਕਣਾ ਚਾਹੀਦਾ, ਔਰ ਸਾਨੂੰ ਇਸ ਵੇਲੇ ਪੁੱਛਣਾ ਖੜਨਾ ਚਾਹੀਦਾ। ਦੇਖੋ ਮੈਂ ਇੱਕ ਚੀਜ਼ ਤੁਹਾਡੇ ਤੋਂ ਸਮਝਣੀ ਚਾਹ ਰਿਹਾ, ਤੁਸੀਂ ਦੱਸ ਦਿਓ ਲੋਕਾਂ ਨੂੰ ਕਿ ਜਿਹੜੇ ਕੈਨੇਡੀਅਨ ਸਿਟੀਜ਼ਨ ਨੇ, ਜਿਹੜੇ ਇਹਨਾਂ ਦੇ ਉੱਥੇ ਦੇ ਪਾਸਪੋਰਟਸ ਨੇ, ਜੇ ਉਹਨਾਂ ਦੇ ਕੋਲ OCI ਕਾਰਡ ਹੈ ਤਾਂ ਉਹ ਆ ਸਕਦੇ ਆ, ਤੁਸੀਂ ਇਹ ਕਹਿ ਰਹੇ ਹੋ? ਇਹ ਕਨਫਿਊਜ਼ਨ ਹੈ ਪਿਛਲੇ 24 ਘੰਟੇ ਦੇ ਵਿੱਚ। ਹਾਂ, ਉਹਨਾਂ ਨੂੰ ਕੋਈ ਟਰਬਲ ਨਹੀਂ ਹੈਗੀ। ਮੇਰੀ ਅੱਜ ਕੈਨੇਡੀਅਨ ਸਿਟੀਜ਼ਨ ਸਰ, ਕੈਨੇਡੀਅਨ ਸਿਟੀਜ਼ਨ, ਜਿਵੇਂ ਉੱਥੇ ਕੋਈ ਬੱਚਾ ਪੈਦਾ ਹੋ ਗਿਆ, ਉੱਥੇ ਦਾ ਕਾਰਡ, ਉਹਨਾਂ ਦਾ ਪਾਸਪੋਰਟ ਉੱਥੇ ਦਾ ਬਣ ਜਾਏਗਾ, OCI ਕਾਰਡ ਇੰਡੀਆ ਵਾਲੇ ਬਣਾ ਦੇਣਗੇ, ਉਹ ਆ ਸਕਦਾ ਹੈ, ਨਹੀਂ ਪ੍ਰੋਬਲਮ, ਉਹਨੂੰ ਕੋਈ ਪ੍ਰੋਬਲਮ। ਠੀਕ ਹੈ, ਪ੍ਰੋਫੈਸਰ ਸਾਹਿਬ ਦਾ ਮੈਂ ਰੁਕ ਕਰਦਾ, ਪਰ ਭੁੱਲਰ ਜੀ ਕੁਝ ਐਡ ਕਰਨਾ ਚਾਹ ਰਹੇ हैं, ਥੋੜਾ ਜਿਹਾ ਵੇਟ ਕਰਿਓ। ਪ੍ਰੋਫੈਸਰ ਸਾਹਿਬ ਮੈਂ ਆ ਰਿਹਾ ਤੁਹਾਡੇ ਕੋਲ 20 ਸੈਕਿੰਡ ਦੇ ਵਿੱਚ। ਭੁੱਲਰ ਜੀ। ਧਾਰੀਵਾਲ ਸਾਹਿਬ, ਮੇਰੀ ਆਪਣੀ ਗ੍ਰੈਂਡ ਡਾਟਰ ਜਿਹੜੀ ਹੈ 3 ਮਹੀਨੇ ਪਹਿਲਾਂ ਪੈਦਾ ਹੋਈ ਹੈ ਉੱਥੇ, ਉਹਦਾ ਕੈਨੇਡੀਅਨ ਪਾਸਪੋਰਟ ਹੈ। ਔਰ ਅੱਜ ਅਗਰ ਇੱਕ ਮਿੰਟ ਉਹ ਵੀ ਬੰਦ ਹੋ ਗਿਆ ਨਾ ਜੀ, ਉਹ ਵੀ ਰੋਕਤਾ।
ਅੱਜ ਅਗਰ ਉਹ ਆਪਣੇ ਪੇਰੈਂਟਸ ਨਾਲ ਇੱਥੇ ਆਉਣਾ ਚਾਹੁੰਦੀ, ਉਹ ਨਹੀਂ ਆ ਸਕਦੀ ਕਿਉਂਕਿ ਕੈਨੇਡੀਅਨ ਸਿਟੀਜ਼ਨ ਹੋ ਗਈ। ਉਹਨਾਂ ਕੋਲ OCI ਕਾਰਡ ਹੋਏਗਾ, ਉਹਨਾਂ ਕੋਲ OCI ਕਾਰਡ ਹੈਗਾ, ਨਹੀਂ ਲੇਕਿਨ ਆ ਸਕਦੀ। ਬੇਟੀ ਕੋਲ ਨਹੀਂ ਹੈਗਾ। ਜਿਹੜੀ ਗ੍ਰੈਂਡ ਡਾਟਰ ਉਹ 3 ਮਹੀਨੇ ਦੀ ਹੈ, ਸਾਰੀ 90 ਦਿਨ ਦੀ ਹੈ, ਜੀ। ਉਹਦਾ ਨਹੀਂ ਬਣਿਆ, ਲੇਕਿਨ ਕੈਨੇਡੀਅਨ ਪਾਸਪੋਰਟ ਉਹਦਾ ਹੈਗਾ। ਹੂੰ, ਤੁਸੀਂ ਹੁਣੇ ਦੱਸੋ ਵੀ ਉਹ ਕੀ ਕਰਨਗੇ ਐਸੇ ਮਾਪੇ ਜਿਹੜੇ ਨੇ, ਜਾਂ ਉਹਨੂੰ ਉੱਥੇ ਛੱਡ ਕੇ ਆਉਣ। ਬਹੁਤ ਗੰਭੀਰ ਵਿਸ਼ਾ ਹੈ। ਕੁਲਦੀਪ ਜੀ ਛੋਟਾ ਜਿਹਾ ਰਿਐਕਸ਼ਨ ਦੇ ਦਿਓ। OCI ਕਾਰਡ ਵਾਲੀ ਥੋੜੀ ਕਨਫਿਊਜ਼ਨ ਹੈ, ਬਹੁਤ ਸਾਰੇ ਲੋਕਾਂ ਦੇ ਮੇਰੇ ਕੋਲ ਮੈਸੇਜ ਵੀ ਆਏ। ਦੱਸੋ OCI ਕਾਰਡ ਵਾਲੀ। ਬੱਚਾ ਜਿਹਦਾ ਅਜੇ ਉਹ ਕਾਰਡ ਬਣਿਆ ਹੀ ਨਹੀਂ, ਔਰ ਅਗਰ ਸਾਡੀ ਜਿਹੜੀ ਡਾਟਰ ਇਨ ਲਾਅ ਹੈ ਉਹਦੇ ਬ੍ਰਦਰ ਦਾ ਕੋਈ ਵਿਆਹ ਹੋਵੇ ਇੱਥੇ ਤੇ ਉਹ ਆ ਜਾਣ ਤੇ ਉਹਨੂੰ ਕਿੱਥੇ ਛੱਡ ਕੇ ਆਉਣਗੇ? ਦੱਸ ਦਿਓ ਤੁਸੀਂ ਇਹ ਕਰਦੇ ਜਿਹੜੇ ਸਾਡੇ NRIs ਨੇ, ਜਿਹੜੇ ਸਾਡੇ ਇੰਡੀਅਨ ਨੇ, ਉਹਨਾਂ ਲਈ ਜਿਹੜਾ ਵੀਜ਼ਾ ਹੈ ਉਹ ਓਪਨ ਹੈ। ਜਿਹੜੇ ਕੈਨੇਡੀਅਨਸ ਨੇ ਉਹਨਾਂ ਲਈ ਵੀਜ਼ਾ ਨਹੀਂ ਅਸੀਂ ਦਾਂਗੇ। ਠੀਕ ਹੈ ਕੁਲਦੀਪ ਜੀ ਭੁੱਲਰ ਸਾਹਿਬ, ਹੁਣ ਜਿਹੜੀ ਉਹ ਤੁਹਾਨੂੰ ਮੈਂ ਦੱਸਦਾ 90% ਕੀ 99% ਲੋਕਾਂ ਕੋਲ OCI ਕਾਰਡ ਹੈ। ਨਹੀਂ ਹੈਗਾ ਧਾਰੀਵਾਲ ਸਾਹਿਬ, ਨਹੀਂ ਹੈਗਾ। ਤੁਸੀਂ ਉੱਥੇ ਜਾ ਕੇ ਪੁੱਛੋ ਤੇ ਸਹੀ। OCI ਕਾਰਡ ਲੈਣਾ ਹੀ ਉੱਥੇ ਬਹੁਤ ਵੱਡਾ ਪ੍ਰੋਜੈਕਟ ਹੈ। ਤੁਹਾਨੂੰ ਆਪਣੇ ਐਮਬੈਸੀਜ਼ ਨੂੰ ਜਿਹੜਾ ਪੁੱਛੋ ਤਾਂ ਸਹੀ ਉੱਥੇ ਹਾਲ ਕੀ ਹੈ। ਜੋ ਇੱਥੇ ਸਰਕਾਰੀ ਸਿਸਟਮ ਹੈ ਉੱਥੇ ਵੀ ਉਹੀ ਸਰਕਾਰੀ ਸਿਸਟਮ ਹੈ। ਠੀਕ ਹੈ, ਚਲੋ ਥੋੜਾ ਜਿਹਾ ਵੇਟ ਕਰਿਓ। ਪ੍ਰੋਫੈਸਰ ਸਾਹਿਬ ਬਹੁਤ ਦੇਰ ਦੇ ਇੰਤਜ਼ਾਰ ਕਰ ਰਹੇ ਨੇ, ਮੈਂ ਉਹਨਾਂ ਦਾ ਇੱਕ ਵਾਰ ਰੁਕ ਕਰ ਲਵਾਂ। ਪ੍ਰੋਫੈਸਰ MP ਸਿੰਘ ਜੀ, ਮੈਂ ਕੁਲਦੀਪ ਜੀ ਆ ਰਹੇ ਹਾਂ ਤੁਹਾਡੇ ਕੋਲ। ਬਹੁਤ ਸਾਰੇ ਸਵਾਲ ਤੁਹਾਡੇ ਤੋਂ ਹੀ ਹੋਣੇ ਨੇ ਸਾਰੇ। ਪ੍ਰੋਫੈਸਰ ਸਾਹਿਬ, ਕੀ ਤੁਸੀਂ ਇਸ ਨੂੰ ਪੋਲਰਾਈਜੇਸ਼ਨ ਸਮਝ ਰਹੇ ਹੋ ਜਾਂ ਨਹੀਂ? ਦੇਖੋ, ਦੁਨੀਆ ਭਰ ਦੇ ਵਿੱਚ ਸਟੇਟਮੈਂਟਸ ਦੇ ਵਿਚਾਲੇ ਇਹ ਵੀ ਚਰਚਾ ਹੋ ਰਹੀ ਹੈ ਕਿ ਜਸਟਿਨ ਟਰੂਡੋ, ਜਿਨ੍ਹਾਂ ਦੀ ਪਾਰਟੀ ਦੇ ਕੋਲ 157 ਸੀਟਾਂ ਨੇ ਤੇ ਸਰਕਾਰ ਦੇ ਵਾਸਤੇ ਚਾਹੀਦੀਆਂ 170 ਸੀਟਾਂ, NDP ਦੇ ਨਾਲ ਉਹਨਾਂ ਨੇ ਸਰਕਾਰ ਬਣਾਈ ਤੇ ਦਬਾਅ NDP ਦਾ ਬਹੁਤ ਜ਼ਿਆਦਾ ਹੈ। ਇਸ ਕਰਕੇ ਉਹਨਾਂ ਨੂੰ ਇਹ ਪੱਤਾ ਸੁੱਟਣਾ ਪਿਆ ਔਰ ਇਸ ਤਰੀਕੇ ਨਾਲ ਪੋਲਰਾਈਜੇਸ਼ਨ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। हाँ जी, मैं सारे ਨੂੰ ਫਤਿਹ ਬੁਲਾਉਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਦੂਸਰਾ ਮੈਂ ਇਹ ਗੱਲ ਕਹਾਂਗਾ ਕਿ ਜਿਵੇਂ ਮੈਂ ਸਾਰਿਆਂ ਨੂੰ ਸੁਣਿਆ ਹੈ ਸ਼ਾਂਤੀ ਨਾਲ, ਕਿਰਪਾ ਕਰਕੇ ਮੈਨੂੰ ਵੀ ਸੁਣ ਲਿਆ ਜਾਵੇ ਜੀ। ਮੈਂ ਇਹ ਗੱਲ ਕਹਿਣਾ ਕਿ ਪਹਿਲੀ ਗੱਲ ਤਾਂ ਇਹ ਹੈ, ਇਹ ਪੋਲਰਾਈਜੇਸ਼ਨ ਦੀ ਰਾਜਨੀਤੀ ਹੈ ਜਾਂ ਨਹੀਂ ਹੈ, ਇਹ ਇੱਕ ਵੱਡਾ ਵਿਚਾਰ ਹੈ ਤੇ ਇਹ ਸਮਾਂ ਦੱਸੂਗਾ ਕਿ ਕਦੋਂ ਇਹ ਪ੍ਰੈਕਟੀਕਲ ਹੁੰਦਾ ਜਾਂ ਨਹੀਂ ਹੁੰਦਾ। ਮੇਰਾ ਤੇ ਮੇਰੀ ਪਾਰਟੀ ਦਾ ਇਹ ਵਿਚਾਰ ਹੈ, ਜੋ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਪਾਰਲੀਮੈਂਟ 'ਚ ਵੀ ਕਹਿਤਾ ਹੈ ਤੇ ਆਪਣੀਆਂ TV ਚੈਨਲਾਂ ਦੇ ਉੱਤੇ ਵੀ ਕਹਿ ਦਿੱਤਾ ਹੈ। ਕੱਲ ਨਿਊਜ਼ 18 ਨਾਲ ਵੀ ਗੱਲ ਕਰ ਰਹੇ ਸੀ ਉਹ ਜੀ। ਉਹਨਾਂ ਨੇ ਕਿਹਾ ਤੇ ਮੈਂ ਵੀ ਇਹ ਗੱਲ ਕਹਿਣਾ ਕਿ ਇਹਦੇ ਵਿੱਚ ਪੋਲਰਾਈਜੇਸ਼ਨ ਵਾਲੀ ਕੋਈ ਗੱਲ ਨਹੀਂ ਹੈ। ਇਹਦੇ ਵਿੱਚ ਏਜੰਸੀਆਂ ਨੇ ਜਿਹੜੀ ਆਊਟਪੁੱਟ ਦਿੱਤੀ ਹੈ ਉਹਦੇ ਮੁਤਾਬਕ ਇੱਕ ਦੇਸ਼ ਦਾ ਪ੍ਰਧਾਨ ਮੰਤਰੀ ਆਪਣੀ ਪਾਰਲੀਮੈਂਟ 'ਚ ਖੜ ਕੇ ਕਹਿ ਰਿਹਾ ਹੈ। ਇਹਦਾ ਸਿੱਧਾ ਜਵਾਬ ਸਾਡੀ ਵੀ ਪਾਰਲੀਮੈਂਟ ਇੱਥੇ ਇੰਡੀਆ ਵਾਲੀ ਬੈਠੀ ਹੋਈ ਸੀ। ਇੱਥੇ ਪਾਰਲੀਮੈਂਟ ਦੇ ਵਿੱਚ ਸਟੇਟਮੈਂਟ ਕਿਉਂ ਨਹੀਂ ਦਿੱਤੀ ਗਈ ਗ੍ਰਹਿ ਮੰਤਰੀ ਵੱਲੋਂ ਜਾਂ ਵਿਦੇਸ਼ ਮੰਤਰੀ ਵੱਲੋਂ ਜਾਂ ਪ੍ਰਧਾਨ ਮੰਤਰੀ ਵੱਲੋਂ? ਪਹਿਲੀ ਗੱਲ ਮੇਰੀ ਇਹ ਹੈ। ਇਹਦਾ ਮਤਲਬ ਇਹ ਹੈ ਕਿ ਮੈਂ ਤਾਂ ਇਸ ਗੱਲੋਂ ਖੁਸ਼ ਹਾਂ ਤੇ ਜਸਟਿਨ ਟਰੂਡੋ ਦੇ ਨਾਲ ਹਾਂ ਕਿ ਸਾਡੀ 40 ਸਾਲ ਦੀ ਸੰਘਰਸ਼ ਜਿਹੜਾ ਖਾਲਿਸਤਾਨ ਤੇ ਅਸੀਂ ਕਰ ਰਹੇ ਹਾਂ ਉਹਨੂੰ ਅੱਜ ਇੰਟਰਨੈਸ਼ਨਲ ਪਲੇਟਫਾਰਮ ਤੇ ਲੈ ਆਂਦਾ ਮਿਸਟਰ ਟਰੂਡੋ ਦੇ ਬਿਆਨ ਨੇ। ਮੈਂ ਇਹ ਗੱਲ ਆਸ ਕਰਦਾ ਕਿ ਜੇ ਇੰਡੀਆ ਆਪਣੀਆਂ ਗੱਲਾਂ ਤੇ ਸੱਚਾ ਹੈ ਤੇ ਜਿਹੜੇ ਦੋਸ਼ ਲਾ ਰਹੇ ਨੇ ਇਹ UNO ਦੇ ਵਿੱਚ ਜਾਣ। ਦੋਨੋਂ ਮੁਲਕ ਜਿਹੜੇ ਨੇ ਉਹ UNO ਦੇ ਮੈਂਬਰ ਨੇ, ਉਹ UNO ਦੇ ਉੱਤੇ ਆਪਣਾ ਇਤਰਾਜ਼ ਪੇਸ਼ ਕਰਨਾ, ਇੰਡੀਆ ਨੇ ਇਤਰਾਜ਼ ਪੇਸ਼ ਕਰੇ, ਕੋਈ ਦਲੀਲ ਦੇਣੀ ਹੈ ਦਲੀਲ ਦੇਵੇ। ਐਵੇਂ ਪੋਲਰਾਈਜੇਸ਼ਨ 2 ਸਾਲ ਰਹਿੰਦੇ ਨੇ, 24 ਮਹੀਨਿਆਂ ਵਿੱਚ ਇੱਕ ਦਿਨ ਦੇ ਵਿੱਚ ਅੱਜ ਕੱਲ ਸੋਸ਼ਲ ਮੀਡੀਆ ਰਾਹੀਂ ਸਥਿਤੀ ਬਦਲ ਜਾਂਦੀ ਹੈ ਜੀ। ਤੇ ਤੁਸੀਂ ਆਸ ਕਰੋ ਕਿ 24 ਮਹੀਨੇ ਪਹਿਲਾਂ ਉਹਨੇ ਏਜੰਡਾ ਸ਼ੁਰੂ ਕਰਦਾ। 2018 ਦੇ ਵਿੱਚ ਵੀ ਤੁਸੀਂ ਉਹਨੂੰ ਖਾਲਿਸਤਾਨੀ ਕਿਹਾ। ਜਦੋਂ ਦਰਬਾਰ ਸਾਹਿਬ ਸੱਜਣ ਸਾਹਿਬ ਆਏ, ਉਹਨਾਂ ਦੇ ਡਿਫੈਂਸ ਮਿਨਿਸਟਰ ਹਰਜੀਤ ਸਿੰਘ ਸੱਜਣ, ਉਹਦੇ ਅਗੇਂਸਟ ਵੀ ਪੰਜਾਬ ਦੇ ਚੀਫ ਮਿਨਿਸਟਰ ਤੋਂ ਕਿਹਾ ਵੀ ਅਸੀਂ ਉਹਦਾ ਸਵਾਗਤ ਨਹੀਂ ਕਰਦੇ। 2018 ਵਿੱਚ ਵੀ ਇਹੀ ਗੱਲਾਂ ਕਰਨੀਆਂ, ਅੱਜ 2023 ਵਿੱਚ ਵੀ ਇਹੀ ਗੱਲਾਂ ਕਰਨੀਆਂ। ਕੋਈ ਯਾਰ ਆਪਣਾ ਡਾਟਾਬੇਸ ਗੱਲ ਕਰਿਆ ਕਰੋ। ਉਹ ਪੋਲਰਾਈਜੇਸ਼ਨ ਹੋ ਗਈ, ਉਹ ਦੂਜੀ ਗੱਲ ਹੋ ਗਈ। ਮਤਲਬ ਇਸ ਦੇਸ਼ ਵਿੱਚ ਜੋ ਹੋ ਰਿਹਾ ਹੈ ਉਸੇ ਪ੍ਰਿਜ਼ਮ ਦੇ ਵਿੱਚੋਂ, ਉਸੇ ਐਨਕ ਦੇ ਵਿੱਚੋਂ ਇਹ ਸਾਰੀ ਦੁਨੀਆ ਨੂੰ ਦੇਖਦੇ ਨੇ। ਐਸੀ ਗੱਲ ਨਹੀਂ ਹੈ। ਅਮਰੀਕਾ ਨੇ ਵੀ ਕਹਿਤਾ ਜੇ ਕੈਨੇਡਾ ਨੇ ਜੋ ਕਿਹਾ ਜੇ ਇਹ ਸੱਚ ਹੋਇਆ ਤਾਂ ਇੰਡੀਆ ਸਾਡੇ ਤੋਂ ਵੀ ਕਿਸੇ ਰਿਆਇਤ ਦੀ ਆਸ ਨਾ ਕਰੇ। ਅੱਜ ਦੁਨੀਆ ਭਰ ਦੇ ਇੰਟਰਨੈਸ਼ਨਲ ਪਲੇਟਫਾਰਮ ਤੇ ਇਹ ਮੁੱਦਾ ਵਿਚਾਰਿਆ ਜਾ ਰਿਹਾ ਤੇ ਇਹਨਾਂ ਨੂੰ ਵੋਟਾਂ ਦੀ ਪਈ ਹੈ। ਚਲੋ ਮੈਂ ਇੱਕ ਤੁਹਾਡੇ ਤੋਂ ਹੋਰ ਸਵਾਲ ਪੁੱਛਦਾ। ਤੁਸੀਂ ਕਿਹਾ ਕਿ 24 ਮਹੀਨੇ ਪਏ ਨੇ। ਦੇਖੋ, ਟਰੂਡੋ ਦੀ ਪਾਰਟੀ ਦੇ ਕੋਲ ਨੇ 157 ਸੀਟਾਂ, ਸ਼ਾਇਦ ਅੰਕੜਾ ਤੁਹਾਡੇ ਤੱਕ ਹੋਏਗਾ। ਜਿਹੜੇ NDP ਦੇ ਜਗਮੀਤ ਸਿੰਘ ਨੇ, ਉਹਨਾਂ ਦੀ ਪਾਰਟੀ ਦੇ ਕੋਲ 24 ਸੀਟਾਂ, ਦੋਨੇ ਮਿਲ ਕੇ ਸਰਕਾਰ ਬਣਾਉਂਦੇ ਨੇ। 170 ਸੀਟਾਂ ਚਾਹੀਦੀਆਂ ਸਰਕਾਰ ਦੇ ਲਈ, ਟੋਟਲ 181 ਹੋ ਜਾਂਦਾ ਉਹਨਾਂ ਦਾ। ਹੁਣ ਇਹ ਵੀ ਚਰਚਾ ਹੈ ਕਿ ਜਿਹੜੇ ਜਗਮੀਤ ਸਿੰਘ ਨੇ, ਉਹਨਾਂ ਦਾ ਪ੍ਰੈਸ਼ਰ ਬਹੁਤ ਹੈ
ਕਿਉਂਕਿ ਜਗਮੀਤ ਸਿੰਘ ਦੀ ਪਾਰਟੀ ਨੂੰ ਇੱਕ ਜਿਹੜੀ ਵਿਚਾਰਧਾਰਾ ਵੱਖਵਾਦੀ ਵਿਚਾਰਧਾਰਾ ਨੂੰ ਸਪੋਰਟ ਕਰਨ ਵਾਲਾ ਕਿਹਾ ਜਾਂਦਾ ਹੈ ਕਿ ਉਹਨਾਂ ਦਾ ਪ੍ਰੈਸ਼ਰ ਇੰਨਾ ਜ਼ਿਆਦਾ ਸੀ ਕਿ ਟਰੂਡੋ ਨੂੰ ਆਪਣੀ ਕੁਰਸੀ ਬਚਾਉਣ ਦੇ ਲਈ ਕਹਿਣਾ ਪਿਆ। ਨਾ ਫਿਰ ਮੈਂ ਇਹ ਗੱਲ ਕਹਾਂਗਾ, ਸਾਰੇ ਸਰੋਤੇ ਤੇ ਸਾਰੇ ਤੁਹਾਡੇ ਜਿਹੜੇ ਦਰਸ਼ਕ ਦੇਖ ਰਹੇ ਨੇ ਜੀ, ਇਹਦਾ ਮਤਲਬ ਤਾਂ ਇਹ ਵੀ ਨਿਕਲਦਾ ਹੈ ਕਿ ਜਗਮੀਤ ਸਿੰਘ, ਜੇ ਤੁਸੀਂ ਕਹਿੰਦੇ ਉਹਨਾਂ ਨੂੰ ਵੱਖਵਾਦੀ ਕਿਹਾ ਜਾਂਦਾ ਹੈ, ਇਹਦਾ ਮਤਲਬ ਤਾਂ ਇਹ ਵੀ ਨਿਕਲਦਾ ਹੈ ਕਿ ਵੱਖਵਾਦੀ ਜਿਹਨੂੰ ਇਹ ਕਹਿੰਦੇ ਨੇ, ਮੈਂ ਉਹਨਾਂ ਨੂੰ ਬਹੁਤ ਪਵਿੱਤਰ ਖਾਲਿਸਤਾਨੀ ਕਹਿਣਾ, ਉਹਨਾਂ ਦਾ ਇੰਨਾ ਵੱਡਾ ਜ਼ੋਰ ਹੈ ਕੈਨੇਡਾ ਤੇ ਸਾਰੀ ਦੁਨੀਆ ਦੇ ਵਿੱਚ ਕਿ ਉਹਨਾਂ ਕਰਕੇ ਇੱਕ ਇੰਨੇ ਵੱਡੇ ਮੁਲਕ ਨੂੰ ਆਪਣੀ ਪਾਲਿਸੀ ਸਟੇਟਮੈਂਟ ਦੇਣੀ ਪੈਂਦੀ ਹੈ। ਇਹ ਵੀ ਤਾਂ ਸੋਚਣਾ ਚਾਹੀਦਾ। ਨਹੀਂ, ਪਰ ਉਹਦਾ ਦੂਜਾ ਦਾ ਮਤਲਬ ਇਹ ਵੀ ਹੈ ਸਰ ਕਿ ਸੀਟਾਂ ਨਹੀਂ ਨਾ ਹੈਗੀਆਂ, ਸੀਟਾਂ ਦਾ 5 ਹੋਣ ਉਸ ਦੇ ਨਾਲ ਵੀ ਬੋਲਣਾ ਪੈ ਜਾਂਦਾ ਕਿ ਸਰਕਾਰ ਡਿੱਗ ਜਾਏਗੀ। ਨਹੀਂ ਤਾਂ ਇਹਦਾ ਮਤਲਬ ਇਹ ਹੋ ਗਿਆ ਕਿ ਜਿਹੜਾ ਸਿੱਖ ਜਿਨ੍ਹਾਂ ਨੂੰ ਇਹ ਵੱਖਵਾਦੀ ਕਹਿੰਦੇ ਨੇ, ਇੱਕ ਸਾਡਾ ਮਿੱਤਰ ਕਹਿ ਰਿਹਾ ਸੀਗਾ ਬਈ 200-400 ਹੋਣਗੇ, 200-400 ਪਿੱਛੇ ਜਗਮੀਤ ਨੂੰ ਸਪੋਰਟ ਕਰੇਗਾ ਟਰੂਡੋ? ਨਹੀਂ, 24 ਸੀਟਾਂ ਪਿੱਛੇ ਤਾਂ ਕਰੇਗਾ ਨਹੀਂ। ਨਹੀਂ, ਸੀਟਾਂ ਪਿੱਛੇ ਤਾਂ ਕਰੂਗਾ, ਪਰ ਇਹਦਾ ਮਤਲਬ ਹੈ ਉਹਨਾਂ ਸੀਟਾਂ ਦੇ ਪਿੱਛੇ ਸਾਰਾ ਖਾਲਿਸਤਾਨੀ ਖੜਾ ਹੈ। ਇਹਦਾ ਮਤਲਬ ਤਾਂ ਇਹ ਹੋਇਆ ਨਾ, ਕਿਉਂਕਿ ਮੁੱਦਾ ਤਾਂ ਖਾਲਿਸਤਾਨ ਦਾ ਚੱਲ ਰਿਹਾ ਹੈ, ਹਰਦੀਪ ਸਿੰਘ ਨਿੱਜਰ ਦਾ ਚੱਲ ਰਿਹਾ ਹੈ। ਹਰਦੀਪ ਸਿੰਘ ਨਿੱਜਰ ਇੱਕ ਖਾਲਿਸਤਾਨੀ ਸਮਰਥਕ ਸੀ, ਉਹਦਾ ਮੁੱਦਾ ਚੱਲ ਰਿਹਾ, ਹੋਰ ਤਾਂ ਕਿਸੇ ਦਾ ਚੱਲ ਹੀ ਨਹੀਂ ਰਿਹਾ। ਠੀਕ, ਆਪਾਂ ਜਵਾਬ ਲੈਣੇ ਕਰੋ, ਜਵਾਬ ਲੈਣੇ ਸਰ। ਮੇਰੇ ਨਾਲ ਰਹੋ ਤੁਸੀਂ ਫੋਨ ਲਾਈਨ ਤੇ। ਕੁਲਦੀਪ ਜੀ ਦਾ ਰੁਖ ਕਰ ਰਹੇ। ਕੁਲਦੀਪ ਜੀ, ਜਵਾਬ ਦੇਣਾ ਚਾਹੋਗੇ ਤੁਸੀਂ? ਦੇਖੋ, ਮੈਂ ਪਹਿਲਾਂ ਤਾਂ ਮਾਨ ਸਾਹਿਬ ਜਿਹੜਾ ਗੱਲ ਕਰ ਰਹੇ ਸੀਗੇ ਹੁਣੇ, ਉਹਨਾਂ ਨੇ ਕਿਹਾ ਕਿ ਜਿਹੜਾ ਮੈਂ ਤਾਂ ਕੈਨੇਡਾ ਵੱਲ ਆ। ਦੇਖੋ, MP ਮਾਨ ਸਾਹਿਬ ਇੱਥੇ ਲੜੇ ਆ, ਇੱਥੋਂ ਦੇ ਲੋਕਾਂ ਨੇ ਵੋਟਾਂ ਪਾਈਆਂ। ਤੁਸੀਂ ਆਪਦੇ ਦੇਸ਼ ਦੀ ਗੱਲ ਕਰੋ। ਪਹਿਲੀ ਗੱਲ ਤਾਂ ਤੁਸੀਂ ਜਿਹੜਾ ਫੋਰਨ ਕੰਟਰੀ ਦੇ ਰਿਪਰੈਜ਼ੈਂਟੇਟਿਵ ਬਣੇ ਬੈਠੇ ਆ ਇੱਥੋਂ ਦੇ ਲੋਕਾਂ ਤੋਂ ਵੋਟਾਂ ਲੈ ਕੇ, ਇਹ ਤਾਂ ਸਿੱਧੀ ਖਾਲਿਸਤਾਨ ਦੀ ਗੱਲ ਕਰੀ ਜਾਂਦੇ ਆ। ਔਰ ਅਸੀਂ ਦੇਖੋ ਕਿੰਨੇ ਸਹਿਨਸ਼ੀਲ ਆ ਸਾਡਾ ਦੇਸ਼, ਅਸੀਂ ਬਰਦਾਸ਼ਤ ਕਰੀ ਜਾਂਦੇ ਆ, ਸਾਡੇ ਦਰਸ਼ਕ ਵੀ ਬਰਦਾਸ਼ਤ ਕਰੀ ਜਾਂਦੇ ਆ। ਇਹ ਵੱਖਵਾਦ ਦੀ ਗੱਲ ਕਰੀ ਜਾਂਦੇ ਆ, ਅਸੀਂ ਆਰਾਮ ਨਾਲ ਸੁਣੀ ਜਾਂਦੇ ਆ। ਔਰ ਸਾਡੇ ਤੇ ਇਲਜ਼ਾਮ ਲਾਉਂਦੇ ਆ ਵੀ ਜਿਹੜਾ ਉੱਥੇ ਜਾ ਕੇ ਬੰਦਾ ਜਿਹੜਾ ਇਹਨਾਂ ਨੇ ਮਾਰਤਾ, ਔਰ ਉਹ ਵੀ ਉਸ ਪ੍ਰਧਾਨ ਮੰਤਰੀ ਦੇ ਕਹਿਣ ਤੇ ਜਿਹੜਾ ਕਹਿੰਦਾ ਬੇਸਡ ਔਨ ਐਲੀਗੇਸ਼ਨਸ, ਵੀ ਸਾਡੇ ਕੋਲ ਤਾਂ ਇਲਜ਼ਾਮ ਨੇ, ਸਿਰਫ ਸਬੂਤ ਹੈ ਨਹੀਂ ਕੋਈ। ਔਰ ਉਹਨੇ ਆਪਦੀ ਕੁਰਸੀ ਬਚਾਉਣ ਵਾਸਤੇ ਸਾਰਾ ਸੰਸਾਰ ਅੱਜ ਉਹਦੇ ਤੇ ਹੱਸੀ ਜਾਂਦਾ ਹੈ। ਔਰ ਤੁਸੀਂ ਜਿਹੜਾ ਹੈਗਾ ਅੱਜ ਦੇਸ਼ ਦੇ ਨਾਲ ਖੜਨ ਦੀ ਬਜਾਏ ਦੇਸ਼ ਦੇ ਉਲਟ ਖੜੇ ਹੋ ਰਹੇ ਹੋ। ਭੁੱਲਰ ਸਾਹਿਬ ਕੁਝ ਐਡ ਕਰ ਰਹੇ ਨੇ। ਮੈਂ ਪ੍ਰੋਫੈਸਰ ਜੀ ਆ ਰਿਹਾ ਤੁਹਾਡੇ ਕੋਲ। ਦੇਖੋ ਗੌਰਵ ਜੀ, ਗੱਲ ਇਸ ਤਰ੍ਹਾਂ ਹੈਗੀ ਹੈ, ਕਨਿਸ਼ਕਾ ਕਾਂਡ ਹੋਇਆ ਸੀਗਾ ਜਿਹੜਾ ਬਹੁਤ ਹੀ ਮੰਦਭਾਗਾ ਕਾਂਡ ਸੀਗਾ, ਜਿਹਦੇ ਵਿੱਚ ਬਹੁਤ ਸਾਰੇ ਜਿਹੜੇ ਹਿੰਦੁਸਤਾਨੀ ਸੀ ਉਹ ਮਾਰੇ ਗਏ ਸੀਗੇ। 329 ਲੋਕ ਮਾਰੇ ਗਏ। ਹਾਂਜੀ, ਔਰ ਉਹ ਇਲਜ਼ਾਮ ਲੱਗਿਆ ਸੀ ਮਲਿਕ ਦੇ ਉੱਤੇ। ਮਲਿਕ ਸਾਹਿਬ ਕਾਫੀ ਦੇਰ ਤੱਕ ਜਿਹੜਾ ਸੀਗਾ ਹਿੰਦੁਸਤਾਨ ਨੂੰ ਵਾਂਟਡ ਸੀਗੇ, ਲੇਕਿਨ ਉਸ ਤੋਂ ਬਾਅਦ ਦੇ ਵਿੱਚ ਉਹ ਹਿੰਦੁਸਤਾਨ ਵੀ ਆਉਂਦੇ ਹੈ, ਆਪਣਾ ਹਰਮੰਦਰ ਸਾਹਿਬ ਵੀ ਜਾਂਦੇ ਹੈ, ਔਰ ਨਰਿੰਦਰ ਮੋਦੀ ਜੀ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਵੀ ਮਿਲ ਕੇ ਜਾਂਦੇ ਆ। ਮਤਲਬ ਸਰਕਾਰ ਦੀ ਪਾਲਿਸੀ ਕਿਸ ਤਰ੍ਹਾਂ ਚੇਂਜ ਹੁੰਦੀ ਦੇਖੋ ਤੁਸੀਂ। ਇੱਕ ਪਾਸੇ ਦਰਸ਼ਨ ਧਾਰੀਵਾਲ ਜਿਹੜੇ ਕਿ ਬਹੁਤ ਵੱਡੇ ਬਿਜ਼ਨਸਮੈਨ ਵੀ ਨੇ ਔਰ ਨੈਸ਼ਨਲਿਸਟ ਵੀ ਨੇ, ਉਹ ਕਿਤੇ ਕਦੀ ਖਾਲਿਸਤਾਨ ਦੀ ਗੱਲ ਨਹੀਂ ਕੀਤੀ, ਉਹਨਾਂ ਨੂੰ 에ਅਰਪੋਰਟ ਤੋਂ ਮੋੜ ਦਿੱਤਾ ਜਾਂਦਾ ਹੈ। ਦੂਜੇ ਪਾਸੇ UK ਤੋਂ ਇੱਕ MP ਆਉਂਦੇ ਨੇ, ਉਹਨਾਂ ਨੂੰ 에ਅਰਪੋਰਟ ਦੇ ਉੱਤੇ ਹਰਾਸ ਕੀਤਾ ਜਾਂਦਾ ਹੈ। ਮਤਲਬ ਪਾਲਿਸੀ ਕੀ ਹੈ ਸਾਨੂੰ ਸਮਝ ਨਹੀਂ ਆਉਂਦੀ ਕਿ ਤੁਸੀਂ ਜਿਹੜੇ ਤੇ ਕੋਈ MP ਨੇ ਇੱਕ ਜਿਹਨਾਂ ਨੂੰ ਰਿਸਪੈਕਟ ਦੇਣੀ ਚਾਹੀਦੀ, ਉਹਨਾਂ ਦੀ ਰਿਸਪੈਕਟ ਨਹੀਂ ਦੇਣਾ ਚਾਹੁੰਦੇ ਜੀ। ਜਿਹੜੇ ਬੰਦਿਆਂ ਦੇ ਉੱਤੇ ਐਲੀਗੇਸ਼ਨ ਸੀਗੇ ਉਹਨਾਂ ਨੂੰ ਤੁਸੀਂ ਵੈਲਕਮ ਵੀ ਕਰਦੇ ਹੋ ਆਪਣੇ ਸਮੇਂ ਦੇ ਵਿੱਚ, ਤੇ ਫਿਰ ਉਹਨਾਂ ਦਰਸ਼ਨ ਧਾਰੀਵਾਲ ਜਿਨ੍ਹਾਂ ਨੂੰ ਤੁਸੀਂ ਇੱਕ ਬਿਜ਼ਨਸਮੈਨ ਨੇ ਅਮਰੀਕਾ ਦੇ ਬਹੁਤ ਵੱਡੇ ਜੀ, ਉਹਨਾਂ ਨੂੰ ਤੁਸੀਂ ਪਹਿਲਾਂ 에ਅਰਪੋਰਟ ਤੋਂ ਮੋੜ ਦਿੰਦੇ ਹੋ ਤੇ ਮੁੜ ਕੇ ਉਹਨਾਂ ਨੂੰ ਵੈਲਕਮ ਵੀ ਕਰਦੇ ਹੋ, ਤੁਸੀਂ ਰੈੱਡ ਕਾਰਪਟ ਵੀ ਵਿਛਾਉਂਦੇ ਉਹਨਾਂ ਵਾਸਤੇ। ਦੇਖੋ ਕਿਤੇ ਨਾ ਕਿਤੇ ਤੇ ਜਿਹੜਾ ਆਹ ਸਿਸਟਮ ਹੈ ਜਿੱਥੇ ਤੁਸੀਂ ਇੱਕ ਕਮਿਊਨਿਟੀ ਨੂੰ ਟਾਰਗੇਟ ਕਰ ਰਹੇ ਹੋ, ਉਹ ਬੰਦ ਕਰਨਾ ਪਊਗਾ ਜੀ। ਜੇ ਤੁਸੀਂ ਪੋਲਰਾਈਜੇਸ਼ਨ ਟਾਰਗੇਟ ਕਿੱਥੇ ਆ ਗਿਆ, ਤੁਸੀਂ ਆਪਦੀਆਂ ਰੋਟੀਆਂ ਹੀ ਸੇਕੀ ਜਾਂਦੇ ਆ। ਨਹੀਂ, ਰੋਟੀਆਂ ਕੌਣ ਸੇਕ ਰਿਹਾ? ਨਹੀਂ ਕੀਤਾ ਤੁਸੀਂ, ਨਹੀਂ ਕੀਤਾ ਤੁਸੀਂ, ਨਹੀਂ ਕੀਤਾ ਤੁਸੀਂ, ਨਹੀਂ ਕੀਤਾ ਤੁਸੀਂ। ਦਰਸ਼ਨ ਧਾਰੀਵਾਲ ਤੁਹਾਨੂੰ ਖਾਲਿਸਤਾਨੀ ਲੱਗਦੇ ਨੇ? ਇਹ ਦੱਸੋ ਟੈਰਰਿਸਟ ਲੱਗਦੇ ਨੇ ਦਰਸ਼ਨ ਧਾਰੀਵਾਲ ਤੁਹਾਨੂੰ? ਗੱਲਾਂ ਕਿਸ ਤਰ੍ਹਾਂ ਤੁਸੀਂ ਇਹ ਦੱਸੋ, ਤੁਸੀਂ ਕੀ ਕਰਕੇ ਲੋਕਾਂ ਤੱਕ ਗੱਲ ਪਹੁੰਚੇ ਸਰ, ਲੋਕਾਂ ਤੱਕ ਗੱਲ ਪਹੁੰਚੇ। ਦਰਸ਼ਨ ਧਾਰੀਵਾਲ ਤੁਹਾਨੂੰ ਟੈਰਰਿਸਟ ਲੱਗਦੇ ਸੀਗੇ ਜਿਹਨਾਂ ਨੂੰ 에ਅਰਪੋਰਟ ਤੋਂ ਮੋੜਤਾ ਤੁਸੀਂ? ਉਹ ਟੈਕਨੀਕਲ ਇਸ਼ੂ ਸੀ ਤਾਂ ਕੋਈ ਟੈਕਨੀਕਲ ਇਸ਼ੂ ਨਹੀਂ ਸੀਗਾ, ਕੋਈ ਟੈਕਨੀਕਲ ਇਸ਼ੂ ਨਹੀਂ ਸੀਗਾ। ਸਾਰਿਆਂ ਨੇ ਦੇਖਿਆ, ਆਪ ਹੀ ਮੰਨੀ ਇਹਨੇ ਵੈਲਕਮ ਹੋਇਆ, ਉਹਦੀ ਕਮਿਊਨਿਟੀ ਕਿੱਥੋਂ? ਨਹੀਂ, ਤੁਹਾਡੀ ਮਰਜ਼ੀ ਹੈ ਤੇ ਤੁਸੀਂ ਕਨਿਸ਼ਕਾ ਕਾਂਡ ਦੇ ਵਿਅਕਤੀ ਨੂੰ ਵੈਲਕਮ ਕਰੋ, ਤੁਸੀਂ ਪ੍ਰਧਾਨ ਮੰਤਰੀ ਨੂੰ ਮਿਲਣ ਵੀ, ਤੇ ਤੁਹਾਡੀ ਮਰਜ਼ੀ ਚੱਲੇ ਤੇ ਇੱਕ ਬਿਜ਼ਨਸਮੈਨ ਨੂੰ ਤੁਸੀਂ ਜਿਹੜਾ ਹੈਗਾ 에ਅਰਪੋਰਟ ਤੋਂ ਵਾਪਸ ਕਰ ਦਿਓ।
ਇਹ ਮਰਜ਼ੀ ਇੱਕ ਨਹੀਂ, ਮੈਂਬਰ ਇਹ ਪਾਰਲੀਮੈਂਟ ਕਰਕੇ ਯੂਕੇ ਲੋਕਾਂ ਦੇ ਦਾ ਗੱਲ ਸਮਝ ਆਵੇ। ਧਾਲੀਵਾਲ ਸਾਹਿਬ ਮੈਂ ਤੁਹਾਡੇ ਕੋਲ ਆਉਣਾ। ਜਿਹੜਾ ਹਰਾਸ ਕਰੋ ਜੀ ਮੈਂ ਕਲੀਅਰ ਕਰ ਦਿੰਦਾ, ਇਹ ਮਰਜ਼ੀ ਨਹੀਂ, ਇਹ ਡਿਮਾਂਡ ਸੀ ਬੜੇ ਚਿਰ ਦੀ ਲੋਕਾਂ ਦੀ ਕਾਲੀ ਸੂਚੀ ਖਤਮ ਕਰਨ ਦੀ, ਜੀ ਔਰ ਕੇਂਦਰ ਸਰਕਾਰ ਨੇ ਆਉਂਦਿਆਂ ਕੀਤੀ। ਇਹ ਗੱਲ ਜਿਹੜੀ ਇਹਨੂੰ ਮਰਜ਼ੀ ਨਹੀਂ ਕਿਹਾ ਜਾ ਸਕਦਾ। ਇਹ ਲੋਕ ਆਪਣੇ ਪੰਜਾਬ 'ਚ ਲੋਕ ਕਹਿੰਦੇ ਸੀ ਕਿ ਕਾਲੀ ਸੂਚੀ ਖਤਮ ਹੋ ਰਹੀ ਹੈ, ਔਰ ਕੇਂਦਰ ਸਰਕਾਰ ਨੇ ਕੀਤੀ, ਜਿਹਦੇ ਤਹਿਤ ਲੋਕ ਆਏ, ਲੋਕ ਆਪਦਿਆਂ ਨੂੰ ਮਿਲੇ। ਠੀਕ ਹੈ। ਪਰ ਜੇ ਫੇਰ ਵੱਖਵਾਦੀ ਗੱਲਾਂ ਹੋਣਗੀਆਂ ਤੇ ਇਸ ਤਰ੍ਹਾਂ ਦੀਆਂ ਗੱਲਾਂ ਫੇਰ ਦੁਬਾਰੇ ਜਿਹੜੀਆਂ ਬਾਰ-ਬਾਰ ਲੱਗਣਗੇ, ਔਰ ਉਸ ਗੱਲ ਦੀ ਪਰ ਸਪੋਰਟ ਲਈ ਧਾਰੀਵਾਲ ਅਕਾਲੀ ਦਲ ਕਿਵੇਂ ਖੜਾ ਹੋ ਸਾਹਿਬ ਸਕਦਾ? ਧਾਰੀਵਾਲ ਸਾਹਿਬ ਤੁਸੀਂ ਪੂਰੀ ਦੀ ਪੂਰੀ ਇੱਕ ਕਮਿਊਨਿਟੀ ਨੂੰ ਟਾਰਗੇਟ ਨਹੀਂ ਕਰ ਸਕਦੇ। ਤੁਸੀਂ ਮਤਲਬ ਤੁਹਾਨੂੰ ਪੰਜਾਬ ਲੱਗਦਾ ਦੇ ਜਿਹੜੇ ਕਿ ਵਿਦਿਆਰਥੀ ਸਿੱਖਾਂ ਨੂੰ ਉੱਤੇ target ਗਏ ਕੀਤਾ ਜਾ ਆ, ਰਿਹਾ। ਮੈਂ ਤੁਹਾਨੂੰ ਇੱਕੋ ਇੱਕ ਐਗਜ਼ਾਮਪਲ ਦਿੱਤੀ ਮੈਂ ਹੈ ਇੱਕ ਸੈਕਿੰਡ ਕਿ ਇੱਕ ਬੱਚਾ ਜਿਹਦਾ ਜੀ। ਆਈਓਸੀ ਕਾਰਡ ਨਹੀਂ ਬਣਿਆ ਤੁਸੀਂ ਉਹ ਵੀ ਬੰਦ ਕਰਤੇ, ਜੀ। ਉਹ ਕਿਸ ਤਰ੍ਹਾਂ ਹੋਊਗਾ ਦੱਸੋ? ਠੀਕ ਹੈ, ਥੋੜਾ ਜਿਹਾ ਇੱਕ ਸੈਕਿੰਡ ਗੱਲ ਇਹ ਹੈ ਕਿ ਵਾਕਈ ਖਾਲਿਸਤਾਨ ਦਾ ਨਾਮ ਲੈ ਕੇ ਹਰ ਇੱਕ ਸਿੱਖ ਜ਼ਿਹਨ ਦੇ ਵਿੱਚ ਆਉਂਦਾ ਹੈ ਕਿ ਇਸ ਤਰੀਕੇ ਨਾਲ ਸਥਿਤੀ ਬਣ ਗਈ ਹੈ। ਭੁੱਲਰ ਸਾਹਿਬ ਤੁਸੀਂ ਇਹ ਕਹਿਣਾ ਚਾਹੁੰਦੇ ਹੋ? ਬਿਲਕੁਲ ਕਿਉਂ ਆ ਰਹੀ ਹੈ ਨਾ, ਜੇ ਖਾਲਿਸਤਾਨ ਦਾ ਜ਼ਿਕਰ ਹੋ ਰਿਹਾ ਹੈ, ਖਾਲਿਸਤਾਨੀਆਂ ਦਾ ਜ਼ਿਕਰ ਹੋ ਰਿਹਾ ਹੈ, ਤਾਂ ਪੂਰੀ ਕਮਿਊਨਿਟੀ ਕਿਵੇਂ ਤੁਸੀਂ ਟਾਰਗੇਟ ਹੋ ਰਹੀ? ਗੌਰਵ ਜੀ ਇੱਕ ਚੀਜ਼ ਦੱਸੋ, ਤੁਸੀਂ ਆ ਮਨੂ ਮਨੇਸਰ ਕਰਕੇ ਹੈ, ਠੀਕ ਹੈ ਜੀ, ਉਹਨਾਂ ਦੇ ਉੱਤੇ ਬਹੁਤ ਸਾਰੇ ਐਲੀਗੇਸ਼ਨ ਲੱਗੇ, ਨੂੰਹ ਵਾਲਾ ਕਾਂਡ ਵੀ ਹੋਇਆ ਨਾ, ਸਭ ਕੁਝ ਹੋਇਆ ਜੀ। ਕੀ ਅੱਜ ਅਗਰ ਉਹਦਾ ਨਾਂ ਆਉਂਦਾ ਸਾਰੇ ਹਿੰਦੁਸਤਾਨ ਨੂੰ ਜਿਹੜੇ ਹੈ ਉਹਦੇ ਵਰਗੇ ਨਜ਼ਰ ਆਉਂਦੇ ਨੇ? ਨਹੀਂ ਆਉਂਦੇ, ਨਹੀਂ ਕਿਸੇ ਨੇ ਨਹੀਂ ਆਉਂਦੇ ਨਾ। ਹਾਂ ਬਿਲਕੁਲ। ਫਿਰ ਜੇ ਇੱਕ ਸਿੱਖ ਅਗਰ ਐਂਟੀ ਨੈਸ਼ਨਲਿਸਟ ਹੈਗਾ ਜਾਂ ਐਂਟੀ ਨੈਸ਼ਨਲ ਜਿਹੜਾ ਚੱਲ ਰਿਹਾ ਹੈ ਤੇ ਉਹਨੂੰ ਵੇਖ ਕੇ ਤੁਸੀਂ ਸਾਰੀਆਂ ਪੱਗਧਾਰੀ ਜਿਹੜੇ ਨੇ ਜਾਂ ਜਿਹੜੇ ਸਿੱਖ ਨੇ ਜਿਨ੍ਹਾਂ ਦੇ ਨਕਲ ਸਿੰਘ ਲੱਗ ਗਿਆ, ਕੌਣ ਕਰ ਰਿਹਾ? ਕੌਣ ਕਰ ਰਿਹਾ? ਨਹੀਂ ਇਹ ਗੱਲ ਕੌਣ ਕਹਿ ਰਿਹਾ? ਮੈਂ ਤਾਂ ਉੱਥੇ ਫਿਰ ਸਟੈਂਡ ਕਰ ਰਿਹਾ, ਤੁਸੀਂ ਮੈਨੂੰ ਕਹੋ ਕਿ ਇਸ ਤਰੀਕੇ ਨਾਲ ਲੱਗਦਾ ਨਹੀਂ ਲੱਗਦਾ ਨਾ। ਬਿਲਕੁਲ ਸਾਰੇ ਆਲੇ ਦੁਆਲੇ ਜਿਹੜੇ ਸਿੱਖ ਭਾਈਚਾਰੇ ਦੇ ਲੋਕ ਨੇ। ਤੇ ਫਿਰ ਤੁਸੀਂ ਇਹ ਦੱਸੋ ਜੀ, ਮੈਂ ਉਹੀ ਕਹਿ ਰਿਹਾ ਕਿ ਕੌਣ ਟਾਰਗੇਟ ਕਰ ਰਿਹਾ ਨਾ, ਤੁਸੀਂ ਕਹਿ ਰਹੇ ਹੋ ਟਾਰਗੇਟ ਕੀਤਾ ਜਾ ਰਿਹਾ, ਕੌਣ ਟਾਰਗੇਟ ਕਰ ਰਿਹਾ? ਜੀ, ਕੈਨੇਡੀਅਨ ਗਵਰਨਮੈਂਟ ਨੇ ਅਗਰ ਇੱਕ ਇਸ਼ੂ ਕ੍ਰੀਏਟ ਕਰਤਾ, ਜੀ ਠੀਕ ਹੈ ਜੀ, ਉਹਨਾਂ ਕੋਲ ਸਬੂਤ ਨਹੀਂ ਹੈਗੇ, ਬਿਲਕੁਲ ਨਹੀਂ ਹੈਗੇ, ਕਿਉਂਕਿ ਤੁਸੀਂ ਹਰ ਮੋੜ ਦੇ ਉੱਤੇ ਕੈਮਰੇ ਲੱਗੇ, ਤੁਹਾਨੂੰ ਸਮਝ ਲੱਗਦੀ ਹੈ ਕਿੱਥੇ ਗਿਆ, ਸੈਟਲਾਈਟ ਦੇ ਥਰੂ ਸਾਰਾ ਕੁਝ ਮੋਨੀਟਰ ਹੁੰਦਾ ਹੈ ਜੀ। ਅਗਰ ਉਹਨਾਂ ਕੋਲ ਸਬੂਤ ਨਹੀਂ ਹੈਗੇ ਤਾਂ ਵੀ ਨਹੀਂ ਦੇ ਪਾਏ, ਔਰ ਗਵਰਨਮੈਂਟ ਨੇ ਚਲੋ ਉਹਨਾਂ ਨੇ ਐਕਸ਼ਨ ਲਿਆ, ਇਹਨਾਂ ਨੇ ਐਕਸ਼ਨ ਲੈ ਲਿਆ, ਲੇਕਿਨ ਉਸ ਤੋਂ ਬਾਅਦ ਜਿਹੜਾ ਵੀਜ਼ਾ ਰੋਕ ਦੇਣਾ, ਮੈਂ ਤਾਂ ਇਹੀ ਕਿਹਾ ਵੀ ਕੀ ਇਹ ਹਾਲਾਤ 1947 ਵਾਲੇ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ? ਠੀਕ ਹੈ, ਚਲੋ ਆਪਾਂ ਜਵਾਬ ਲੈਣੇ। ਮੈਂ ਪਹਿਲਾਂ ਸੰਧੂ ਸਾਹਿਬ ਦਾ ਰੁਕ ਕਰਾਂ। ਸੰਧੂ ਸਾਹਿਬ, ਇੱਕ ਧਰੂਵੀਕਰਨ ਦਾ ਜ਼ਿਕਰ ਹੋ ਰਿਹਾ ਹੈ ਤੇ ਦੂਜਾ ਪੁਆਇੰਟ ਕਿ ਵਾਕਈ ਟਾਰਗੇਟ ਕੀਤਾ ਜਾ ਰਿਹਾ ਹੈ ਸਿੱਖ ਭਾਈਚਾਰੇ ਨੂੰ ਇਸ ਦੇ ਨਾਲ। ਦੇਖੋ ਪੰਜਾਬ ਦੇ ਵਿੱਚ ਤਾਂ ਇਸ ਤਰੀਕੇ ਨਾਲ ਨਜ਼ਰ ਨਹੀਂ ਆ ਰਿਹਾ ਕਿ ਇੱਥੇ ਕੋਈ ਇਸ ਤਰੀਕੇ ਦੀ ਧਾਰਨਾ ਬਣ ਗਈ ਕਿ ਸਾਰਿਆਂ ਨੂੰ ਅਸੀਂ ਖਾਲਿਸਤਾਨੀ ਸਮਝਣਾ ਸ਼ੁਰੂ ਕਰ ਦਿੱਤਾ, ਜਾਂ ਦੁਨੀਆ ਇਸ ਤਰੀਕੇ ਨਾਲ ਰਿਐਕਟ ਕਰ ਰਹੀ ਹੈ। ਫਿਰ ਇਸ ਦੇ ਲਈ ਤਾਂ ਕਿਤੇ ਨਾ ਕਿਤੇ ਉਹ ਵੱਖਵਾਦੀ ਵੀ ਜ਼ਿੰਮੇਵਾਰ ਨੇ ਜਿਹੜੇ ਕੈਨੇਡਾ ਦੇ ਵਿੱਚ ਬੈਠ ਕੇ ਇਸ ਸਮੇਂ ਇਸ ਤਰੀਕੇ ਦੀਆਂ ਸਰਗਰਮੀਆਂ ਕਰ ਰਹੇ ਨੇ। ਗੌਰਵ ਜੀ ਦੇਖੋ, ਜਦੋਂ ਇਲੈਕਸ਼ਨ ਆਉਂਦੇ ਨਾ ਸਾਡੇ ਇੱਥੇ ਪਾਰਲੀਮੈਂਟ ਦੇ, ਉਦੋਂ ਹੀ ਇਹ ਸੋਚੇ ਕੋਈ ਨਾ ਕੋਈ ਉੱਠ ਪੈਂਦੇ ਨੇ। ਤੁਸੀਂ ਪਿਛਲੀ ਵਾਰੀ ਵੇਖਿਆ ਰਾਮ ਮੰਦਿਰ ਦਾ ਮੋਢਾ ਉੱਠਿਆ, ਇਹਨਾਂ ਨੇ ਬੀਜੇਪੀ ਵਾਲੇ ਨੇ ਜਿਹੜੀ ਸਾਰੀ ਹਿੰਦੂ ਬੈਂਕ ਵੋਟ ਬੈਂਕ ਦੀ ਰਾਜਨੀਤੀ ਕਰਨੀ ਚਾਹੀਦੀ ਸਾਡੇ ਵੱਲ। ਹੁਣ ਫੇਰ ਉਹੀ ਹਾਲਤ ਆ। ਇਹ ਪੰਜਾਬ ਨੂੰ ਤੇ ਬਿਲਕੁਲ ਕੱਖ ਨਹੀਂ ਸਮਝਦੇ। ਉਹ ਕਹਿੰਦੇ ਸਾਡੀ ਨਾ ਇੱਥੇ ਸਰਕਾਰ ਆ ਨਾ ਆਉਣੀ ਆ। ਇਹਨੂੰ ਕਿਸਾਨੀ ਅੰਦੋਲਨ 'ਚ ਤੁਸੀਂ ਵੇਖ ਲਿਆ, ਪੰਜਾਬੀਆਂ ਨੂੰ, ਇਹ ਸਿੱਖਾਂ ਨੂੰ ਬਿਲਕੁਲ ਕੁਝ ਨਹੀਂ ਸਮਝਦੇ। ਅੱਜ ਮੈਂ ਤੇ ਹੈਰਾਨ ਆ, ਧਾਰੀਵਾਲ ਜੀ ਬੋਲੀ ਤੇ ਜਾਂਦੇ ਨੇ, ਮੈਂ ਦੱਸਦਾ ਜਵਾਬ। ਹੁਣ ਤੁਸੀਂ ਮੈਨੂੰ ਟਾਈਮ ਬੜਾ ਥੋੜਾ ਦੇਣ ਦੇ ਜੀ। ਤੁਸੀਂ ਵੇਖੋ ਨਾ, ਸਾਡੇ ਕੋਲੋਂ ਬੀਜੇਪੀ ਵਾਲੇ ਨਾ ਸਬੂਤ ਮੰਗਦੇ ਆ, ਸਾਨੂੰ ਕਹਿੰਦੇ ਆ ਜੀ ਜਿੰਨੇ ਸਾਰੇ ਸਿੱਖ ਨੇ ਹਰੀਆਂ ਪੱਗਾਂ ਵਾਲੇ, ਇਹਨਾਂ ਦੇ ਬੀਜੇਪੀ ਯੁਵਾ ਮੋਰਚਾ ਵਾਲੇ ਕਹਿੰਦੇ ਇਹ ਖਾਲਿਸਤਾਨੀ ਨੇ। ਬਈ ਸਾਰੇ ਸਿੱਖ ਖਾਲਿਸਤਾਨੀ ਹੈ? ਮੈਨੂੰ ਪਹਿਲਾਂ ਦੱਸ ਤੇ ਦਿਓ ਨਾ ਤੁਸੀਂ। ਅੱਛਾ, ਫੇਰ ਤੁਸੀਂ ਬੀਜੇਪੀ ਵਾਲੇ ਨਾ ਪੰਜਾਬ ਦੇ ਨਾਲ ਸ਼ੁਰੂ ਤੋਂ ਹੀ ਧੱਕਾ ਕਰਦੇ ਆਏ ਜੇ, ਹੁਣ ਵੀ ਧੱਕਾ ਕਰਦੇ ਜੇ ਤੇ ਧੱਕਾ ਕਰਦੇ ਰਹੋਗੇ। ਪਰ ਪੰਜਾਬੀ ਜਿਹੜਾ ਮੈਂ ਤੁਹਾਨੂੰ ਦੱਸਣਾ ਚਾਹਨਾ, ਪੰਜਾਬੀ ਕੌਮ ਸ਼ੁਰੂ ਤੋਂ ਦਲੇਰ ਔਰ ਹਮੇਸ਼ਾ ਅੱਗੇ ਵਧਣ ਵਾਲੀ ਕੌਮ ਰਹੀ ਆ। ਪੰਜਾਬ ਦੇ ਵਿੱਚ ਤੇ ਕੋਈ ਮਾਹੌਲ ਦਾ ਅਸਰ ਨਹੀਂਗਾ, ਇੰਨੇ ਸ਼ਾਂਤ ਆ, ਇੰਨੇ ਲੋਕ ਇੰਨੇ ਜੀ ਰਹੇ ਆ। ਹੁਣ ਤੁਸੀਂ ਨਵਾਂ ਮੁੱਦਾ ਮਾ ਕੇ ਤੇ ਫਿਰ ਆਪਣਾ ਜਿਹੜਾ ਵੋਟ ਬੈਂਕ ਆ 2024 ਵਾਸਤੇ ਇਕੱਠਾ ਕਰਨ ਨੂੰ ਫਿਰਦੇ ਜੇ। ਇਸ ਤਰ੍ਹਾਂ ਦੀ ਰਾਜਨੀਤੀ ਘਟੀਆ ਰਾਜਨੀਤੀ ਬਣਾਉਂਦੀ ਆ। ਤੁਸੀਂ ਜਿੱਤੋ, ਪ੍ਰਮਾਤਮਾ ਕਰੇ ਕੋਈ ਜਿੱਤੇ, ਸਾਨੂੰ ਇਤਰਾਜ਼ ਨਹੀਂ, ਪਰ ਇਸ ਤਰ੍ਹਾਂ ਦੀ ਰਾਜਨੀਤੀ ਕਰਨੀ, ਇਸੇ ਤਰੀਕੇ ਦੀ ਰਾਜਨੀਤੀ ਜਿਹੜੀ ਉਹ ਕੈਨੇਡਾ ਵਾਲੇ ਕਰਨਾ ਪਏ। ਦੇਖੋ, ਕੈਨੇਡਾ ਵਾਲਿਆਂ ਦੀ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਦਾ, ਜੇ ਉਹਨਾਂ ਦੇ ਕੋਲ ਠੋਸ ਸਬੂਤ ਹੁੰਦੇ, ਨੰਬਰ 1 ਪਹਿਲਾਂ ਇੰਡੀਆ ਨੂੰ ਦਿੰਦੇ। ਉਹਨਾਂ ਨੇ ਆਪਣੇ ਭਾਸ਼ਣ ਵਿੱਚ ਹੀ, ਉਹਨਾਂ ਨੇ ਆਪਣੇ ਜਿਹੜਾ ਉਹਨਾਂ ਦਾ ਭਾਸ਼ਣ ਹੈ ਉਹਦੇ ਵਿੱਚ ਹੀ ਆਖਿਆ ਵੀ ਠੋਸ ਔਰ ਵਿਸ਼ਵਸਨੀय ਜਿਹੜੇ ਉਹਨਾਂ ਦੇ ਸਬੂਤ ਹੈ ਉਹਨਾਂ ਦੇ ਆਧਾਰ ਤੇ। ਕੋਈ ਸਬੂਤ ਨਹੀਂਗਾ। ਨੰਬਰ 2, ਉਹਨਾਂ ਨੇ ਯੂਕੇ, ਆਸਟ੍ਰੇਲੀਆ, ਨਿਊਜ਼ੀਲੈਂਡ, ਕੈਨੇਡਾ, ਉਹਨਾਂ ਦੇ ਕੋਲ ਸਹਿਯੋਗ ਮੰਗ ਲਿਆ। ਜੇ ਤੁਹਾਡੇ ਕੋਲ ਸਬੂਤ ਸੀ, ਤੁਹਾਨੂੰ ਸਹਿਯੋਗ ਮੰਗਣ ਦੀ ਕੀ ਲੋੜ ਹੈ? ਤੁਸੀਂ ਸਿੱਧੇ ਇੰਡੀਆ ਨੂੰ ਦਿੰਦੇ ਜਾਂ ਜੀਵਨ 'ਚ ਜਾਂਦੇ, ਜਾ ਕੇ ਦੱਸਦੇ ਵੀ ਸਾਡੇ ਨਾਲ ਧੱਕਾ ਹੋ ਰਿਹਾ, ਤੁਸੀਂ ਤੁਹਾਡੇ ਨਾਲ ਫੈਸਲਾ ਹੋ ਜਾਂਦਾ। ਤੁਹਾਡੇ ਕੋਲ ਕੋਈ ਠੋਸ ਸਬੂਤ ਨਹੀਂ, ਕੋਈ ਗੱਲ ਨਹੀਂ, ਤੇ ਤੁਸੀਂ ਇੰਡੀਆ ਨੂੰ ਜਿਹੜਾ ਉਹ ਬਲੇਮ ਗੇਮ ਕਰ ਰਹੇ ਜੇ। ਇਹ ਗਲਤ ਗੱਲ ਆ। ਪਰ ਸਿੱਖੀ ਫਿਰ ਬੇਸਿਕਲੀ ਇਹਨਾਂ ਨੇ ਇੰਡੀਆ ਤੋਂ ਆ ਮੈਨੂੰ ਧਾਰੀਵਾਲ ਜੀ 84 ਦਾ ਕਹਿਣ ਦੇ ਸੀ ਨਾ, ਮੈਂ ਇਹਨਾਂ ਨੂੰ ਤਾਂ ਦੱਸਣਾ ਚਾਹੁੰਦਾ, ਹੱਥ ਜੜਾ ਲਓ। ਇਹ ਜਿਹੜੇ ਦਬੇ ਮੁਰਦੇ ਆ ਨਾ ਖਾੜਿਆ ਕਰੋ।
ਔਰ ਮੈਂ ਤੁਹਾਨੂੰ ਅੱਜ ਦੱਸ ਦੇਣਾ ਚਾਹੁੰਦਾ, ਇੱਕ ਮੈਂ ਤੁਹਾਨੂੰ ਅਖਬਾਰ ਵਿਖਾ ਦੂੰਗਾ ਜਿਹਦੇ ਵਿੱਚ ਤੁਹਾਡੇ ਦੋ ਬੀਜੇਪੀ ਦੇ ਲੀਡਰ ਜਿਹੜੇ ਨੇ, ਇੱਕ ਮਰਹੂਮ ਨੇ ਤੇ ਇੱਕ ਅੱਜ ਵੀ ਹੈਗੇ ਨੇ, ਉਸ ਪੋਸਟਰ ਕਹਿ ਰਹੇ ਆ, ਉਹ ਕਹਿ ਰਹੇ ਵੀ ਗੋਲਡਨ ਟੈਂਪਲ ਤੇ ਅਟੈਕ ਕਰੋ ਤੇ ਦਰਬਾਰ ਸਾਹਿਬ ਤੇ ਪੰਜਾਬ ਦੇ ਉੱਤੇ ਫੌਜ ਭੇਜੋ। ਉਦੋਂ ਤੁਹਾਡੀਆਂ ਜ਼ਮਾਨਾਂ ਬੰਦ ਸੀ ਜਦੋਂ ਇਹ ਗੱਲ ਕਰ ਰਹੇ ਸੀ। ਤੁਸੀਂ ਕਾਂਗਰਸ ਨੂੰ ਤੇ ਅਟੈਕ ਕਰਦੇ ਜੀ। ਅਸੀਂ 20 ਵਾਰੀ ਕਹਿ ਚੁੱਕੇ ਹਾਂ ਵੀ ਇਹ ਇੱਕ ਕਾਲਾ ਦੌਰ ਸੀ ਜਿਹੜਾ ਨਿਕਲ ਗਿਆ, ਪਰ ਜਿਹੜੇ ਬੱਚੇ 84 ਚ ਜੰਮੇ ਵੀ ਨਹੀਂ ਸੀ ਉਹਨਾਂ ਬੱਚਿਆਂ ਨੂੰ ਵੀ ਤੁਸੀਂ ਇਹ ਜ਼ਹਿਰ ਦੇ ਰਹੇ ਜੇ ਵੀ ਉਦੋਂ ਕੀ ਹੋਇਆ, ਉਦੋਂ ਕੀ ਹੋਇਆ। ਹੱਥ ਜੜਾ ਲਓ ਬੀਜੇਪੀ ਵਾਲਿਓ, ਵੋਟ ਬੈਂਕਾਂ ਲੈ ਲਓ, ਜਿੱਤ ਲਓ ਸਭ ਕੁਝ, ਪਰ ਇਸ ਤਰ੍ਹਾਂ ਦੀ ਸੌੜੀ ਤੇ ਇਸ ਤਰ੍ਹਾਂ ਦੀ ਗੰਦੀ ਰਾਜਨੀਤੀ ਠੀਕ ਹੈ, ਚਲੋ ਛੋਟਾ ਜਿਹਾ ਮੈਨੂੰ ਲੱਗਦਾ ਕਿ ਤੁਸੀਂ ਬਹੁਤ ਤਫਸੀਲ ਨਾਲ ਆਪਣੀ ਗੱਲ ਰੱਖੀ ਹੈ। ਮੈਂ ਦੇਣਾ ਤੁਹਾਨੂੰ ਮੌਕਾ, ਤੁਸੀਂ ਦੇ ਦਿਓ ਗੌਰਵ ਜੀ ਮੌਕਾ ਜੀ। ਦੇਖੋ ਗੌਰਵ ਜੀ, ਮੈਨੂੰ ਕਾਂਗਰਸ ਤੇ ਬਹੁਤ ਤਰਸ ਆ ਰਿਹਾ। ਮਤਲਬ ਜਿਹੜਾ ਮਾਹੌਲ ਇਹਨਾਂ ਕਰਕੇ ਖੜਾ ਹੋਇਆ, ਆਪਾਂ ਸਾਰੇ ਜਾਣਦੇ, ਸਾਰਾ ਦੇਸ਼ ਜਾਣਦਾ, ਉਹਨੂੰ ਅਟੈਚ ਕਰਨਾ ਬੀਜੇਪੀ ਦੇ ਨਾਲ ਦੇਖੋ ਕਿਵੇਂ ਸੰਧੂ ਸਾਹਿਬ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਤੇ 84 ਤੋਂ ਬਾਅਦ ਫਿਰ ਬਿਲਕੁਲ ਸਹੀ ਕਿਹਨੇ ਕੀਤਾ? ਤੁਸੀਂ ਕੀਤਾ, ਤੁਸੀਂ ਦੇਸ਼ ਦਾ ਬੇੜਾ ਗਰਕ ਕੀਤਾ ਸੀ ਤੇ ਪੰਜਾਬ ਨੂੰ ਠੀਕ ਕੀਤਾ ਨੇ ਜਿਹੜਾ ਹੈਗਾ ਉਹ ਗੋਦੀ ਓਏ ਅਸੀਂ ਪੰਜਾਬ ਨੂੰ ਕਿਹਨੇ ਠੀਕ ਕੀਤਾ? ਇੱਕ ਇੱਕ ਕਰਕੇ ਸਰ ਲੋਕਾਂ ਤੱਕ ਗੱਲ ਪਹੁੰਚ ਪਾਵੇ ਪਲੀਜ਼। ਦੋ ਵਾਰੀ ਸਰਕਾਰ ਰਿਕੁਐਸਟ ਹੈ ਕੁਲਦੀਪ ਜੀ, ਸੰਧੂ ਸਾਹਿਬ ਇੱਕ ਇੱਕ ਕਰਕੇ ਗੱਲ ਰੱਖ ਲਓ। ਇੱਥੇ ਰਹਿ ਕੇ ਇੱਥੋਂ ਵੋਟਾਂ ਲੈ ਕੇ ਇੱਥੇ ਐਮਪੀ ਬਣ ਕੇ ਉਹਨਾਂ ਦੀ ਸਾਈਡ ਦੇ ਜਿਹਦੇ ਕਰਕੇ ਅੱਜ ਇਹ ਮੈਨੂੰ ਗੌਰਵ ਜੀ ਜਵਾਬ ਦੇਣ ਦਿਓ ਜੀ। ਚਲੋ ਠੀਕ ਹੈ, ਛੋਟਾ ਜਿਹਾ ਜਵਾਬ ਲਓ ਪ੍ਰੋਫੈਸਰ ਸਾਹਿਬ, ਮੈਂ ਆ ਰਿਹਾ ਤੁਹਾਡੇ ਕੋਲ। ਸੰਧੂ ਸਾਹਿਬ ਬਹੁਤ ਛੋਟਾ ਜਵਾਬ ਰੱਖਿਓ, ਪ੍ਰੋਫੈਸਰ ਸਾਹਿਬ ਨੂੰ ਬਹੁਤ ਘੱਟ ਟਾਈਮ ਦੇ ਪਾਏ ਆ। ਗੌਰਵ ਜੀ ਇੱਕ ਮਿੰਟ ਮੈਨੂੰ ਜਵਾਬ ਦੇ ਲੈਣ ਦਿਓ। ਜੀ ਜੀ ਕੁਲਦੀਪ ਜੀ ਤੁਹਾਡੀ ਗੱਲ ਆ ਗਈ। ਦੇਖੋ ਗੱਲ ਪਤਾ ਕੀ ਹੈ ਕਿ ਉਹ ਸਿਆਸੀ ਮੁੱਦੇ ਫਿਰ ਸ਼ੁਰੂ ਕਰ ਲੈਂਦੇ ਆ ਆਪਾਂ, ਫਿਰ ਉਹ ਗੱਲ ਨਹੀਂ ਹੋ ਪਾਉਂਦੀ ਜਿਸ ਪੁਆਇੰਟ ਦੇ ਉੱਤੇ ਆਪਾਂ ਚਰਚਾ ਸ਼ੁਰੂ ਕੀਤੀ ਹੁੰਦੀ। ਇੱਕ ਮਿੰਟ ਧਾਰੀਵਾਲ ਜੀ। ਜੀ ਧਾਲੀਵਾਲ ਸਾਹਿਬ ਜਵਾਬ ਲੈ ਲਓ, ਤੁਸੀਂ ਆਪਣੀ ਗੱਲ ਰੱਖੀ, ਇੱਕ ਵਾਰ ਜਵਾਬ ਲੈ ਲਓ ਸੰਧੂ ਸਾਹਿਬ। ਸਿਰਫ 10 ਸੈਕਿੰਡ ਸੰਧੂ ਸਾਹਿਬ। ਗੌਰਵ ਜੀ ਇਹ 84 ਦਾ ਮੁੱਦਾ ਬਾਰ-ਬਾਰ ਠਾਉਂਦੇ ਨਾ, ਸਾਡੀ ਉਸ ਤੋਂ ਬਾਅਦ 2 ਵਾਰੀ ਸਰਕਾਰ ਆਈ ਆ। ਇਹ ਮੈਂ ਇਹਨਾਂ ਨੂੰ ਚੈਲੰਜ ਕਰਦਾ, ਇਕੱਲੇ ਲੜ ਕੇ ਵੇਖ ਲੈਣ, ਇਹਨਾਂ ਦੀ 100 ਸਾਲ ਬੀਜੇਪੀ ਦੀ ਸਰਕਾਰ ਨਹੀਂ ਆ ਸਕਦੀ। ਕਾਂਗਰਸ ਨੇ ਠੀਕ ਆ, ਉਹ ਕਾਲਾ ਦੌਰ ਸੀ, ਗਲਤ ਸੀ ਕੰਮ, ਪਰ ਉਸ ਮੁੱਦੇ ਨੂੰ ਤੁਸੀਂ ਭੜਕਾਉਂਦੇ ਜੇ। ਇਸ ਮੁੱਦੇ ਨੂੰ ਭੜਕਾਣਾ ਗਲਤ ਆ, ਜੋ ਕੁਝ ਬੀਤ ਗਿਆ ਸੀ ਉਹਨੂੰ ਭੜਕਾਉਣਾ ਗਲਤ ਆ। ਤੁਸੀਂ ਭੜਕਾਉਂਦੇ ਹੋ, ਤੁਹਾਨੂੰ ਲੋਕ ਨਫ਼ਰਤ ਕਰਦੇ ਆ ਕਿਸਾਨੀ ਅੰਦੋਲਨ ਕਰਕੇ। ਚਲੋ ਥੋੜਾ ਜਿਹਾ ਵੇਟ ਕਰਿਓ ਸਰ, ਪੁਲਿਸ ਸਾਹਿਬ ਥੋੜਾ ਜਿਹਾ ਵੇਟ ਕਰਿਓ, ਇੱਕ ਵਾਰੀ ਮੈਂ ਪ੍ਰੋਫੈਸਰ ਸਾਹਿਬ ਦਾ ਰੁਖ ਕਰ ਲਵਾਂ, ਬਹੁਤ ਦੇਰ ਦੇ ਇੰਤਜ਼ਾਰ ਕਰ ਰਹੇ ਨੇ। ਪ੍ਰੋਫੈਸਰ ਸਾਹਿਬ ਤੁਸੀਂ ਕੈਨੇਡਾ ਦੇ ਪੱਖ ਦੇ ਵਿੱਚ ਬੀਜੇਪੀ ਨੂੰ ਬੜਾ ਇਤਰਾਜ਼ ਹੈ ਉਸ ਦੇ ਉੱਤੇ, ਤੇ ਦੂਜੀ ਗੱਲ ਇਹ ਹੈ ਕਿ ਤੁਹਾਨੂੰ ਪੰਜਾਬ ਦੇ ਇਨਫੈਕਟ ਦੇਸ਼ ਦੇ ਇਲੈਕਸ਼ਨ ਦੇ ਉੱਤੇ ਕੋਈ ਅਸਰ ਨਜ਼ਰ ਆ ਰਿਹਾ ਹੈ ਇਸ ਪੂਰੇ ਘਟਨਾਕ੍ਰਮ ਦਾ? ਮੈਂ ਪਹਿਲਾਂ ਤਾਂ ਇਹ ਕਹਾਂਗਾ ਵੀ ਜਿਸ ਤਰ੍ਹਾਂ ਦੀ ਬਹਿਸ ਹਰ ਵਾਰੀ ਹੋ ਜਾਂਦੀ ਹੈ ਜੀ, ਕਿ ਆਪਣਾ ਮੁੱਦਾ ਅੱਜ ਇਹੀ ਸੀ ਵੀ ਕਾਂਗਰਸੀ ਇਹਨਾਂ ਨੂੰ ਕਹਿਣਗੇ, ਬੀਜੇਪੀ ਵਾਲਿਆਂ ਨੂੰ ਕਹਿਣਗੇ, ਜਾਂ ਬੀਜੇਪੀ ਵਾਲੇ ਕਾਂਗਰਸੀਆਂ ਨੂੰ ਕਹਿਣਗੇ ਤੇ ਮੁੱਦਾ ਖਤਮ ਹੋ ਜਾਏਗਾ, ਟਾਈਮ ਪੂਰਾ। ਤੁਸੀਂ ਕਹੋ ਜੀ ਧੰਨਵਾਦ ਸਾਰਿਆਂ ਦਾ। ਮੇਰਾ ਮਤਲਬ ਕਹਿਣ ਤੋਂ, ਜੇ ਇਹਨਾਂ ਨੂੰ ਡਿਬੇਟ ਹੀ ਨਹੀਂ ਕਰਨੀ ਆਉਂਦੀ ਵੀ ਮੁੱਦਾ ਕੀ ਹੈ, ਮੁੱਦਾ ਇਹ ਹੈ ਕਿ ਹਰਦੀਪ ਸਿੰਘ ਨਿੱਜਰ ਦਾ ਕਤਲ ਹੋਇਆ, ਕੈਨੇਡੀਅਨ ਗਵਰਨਮੈਂਟ ਨੇ ਆਪਣੇ ਨਾਗਰਿਕ ਨੂੰ ਪੜਤਾਲ ਕੀਤੀ ਤੇ ਪੜਤਾਲ ਕਰਨ ਤੋਂ ਬਾਅਦ ਆਪਣੀ ਪਾਰਲੀਮੈਂਟ ਦੇ ਵਿੱਚ ਇੱਕ ਬਿਆਨ ਦੇ ਦਿੱਤਾ। ਇੱਥੇ ਮੇਰੇ ਮਿੱਤਰ ਨੇ ਕਿਹਾ ਵੀ ਤੁਸੀਂ ਕੈਨੇਡਾ ਦੇ ਪੱਖ ਚੋਂ, ਮੈਂ ਕੈਨੇਡਾ ਦੇ ਪੱਖ ਹਾਂ ਜਾਂ ਨਹੀਂ, ਇਹ ਦੂਜਾ ਸਵਾਲ ਹੈ। ਪਹਿਲਾ ਸਵਾਲ ਇਹ ਹੈ ਕਿ ਮੇਰਾ ਇੱਕ ਸਿੱਖ ਭਰਾ ਖਾਲਿਸਤਾਨੀ ਮਾਰਿਆ ਗਿਆ। ਦੂਜਾ ਇਹਨਾਂ ਨੇ ਮੇਰੇ ਤੇ ਸਵਾਲ ਉਠਾਇਆ ਕਿ ਤੁਹਾਨੂੰ ਵੋਟਾਂ ਦੇ ਵਿੱਚ ਜਿੱਤ ਕੇ ਤੁਸੀਂ ਗਏ ਹੋ ਤੇ ਤੁਸੀਂ ਆਪਣੇ ਦੇਸ਼ ਨਾਲ ਨਹੀਂ ਖੜਦੇ। ਮੈਂ ਇਹ ਗੱਲ ਕਹਿਣਾ ਕਿ ਵੋਟਾਂ 'ਚ ਜਿੱਤਣਾ ਡੈਮੋਕ੍ਰੇਸੀ ਦੇ ਵਿੱਚ ਇਹ ਹੁੰਦਾ ਹੈ ਕਿ ਤੁਹਾਡੀਆਂ ਭਾਵਨਾਵਾਂ ਇੱਕ ਨੈਸ਼ਨਲ ਤੇ ਇੰਟਰਨੈਸ਼ਨਲ ਪਲੇਟਫਾਰਮ ਤੋਂ ਦੱਸੀਆਂ ਜਾਂਦੀਆਂ ਨੇ। ਇਹਨਾਂ ਨੂੰ ਇਹ ਜ਼ਰੂਰ ਪੁੱਛਾਂਗਾ ਮੈਂ ਸਾਰਿਆਂ ਨੂੰ ਕਿ ਸਕਾਟਲੈਂਡ ਦੇ ਲੋਕਾਂ ਨੇ ਇੰਗਲੈਂਡ ਤੋਂ ਵੱਖ ਹੋਣ ਲਈ ਵੋਟਾਂ ਪਵਾਈਆਂ, 45% ਵੋਟਾਂ ਉਹਨਾਂ ਨੂੰ ਪੈ ਗਈਆਂ। ਕੀ ਅੱਜ ਇੰਗਲੈਂਡ ਦੇ ਲੋਕ ਤੇ ਸਕਾਟਲੈਂਡ ਦੇ ਲੋਕ ਇਕੱਠੇ ਨਹੀਂ ਪਏ? ਉਹਨਾਂ ਨੇ ਕੋਸ਼ਿਸ਼ ਕੀਤੀ ਹੈ, ਅਸੀਂ ਕੋਸ਼ਿਸ਼ ਕਰ ਰਹੇ ਹਾਂ। ਜੇ ਸਾਨੂੰ ਵੋਟਾਂ ਪੈ ਗਈਆਂ, ਅਸੀਂ ਅਗਲੀ ਵਾਰ ਕੋਸ਼ਿਸ਼ ਕਰਾਂਗੇ ਸਾਨੂੰ ਵੱਧ ਵੋਟਾਂ ਪੈਣ, ਤਾਂ ਜੋ ਖਾਲਿਸਤਾਨ ਦੀ ਜਿਹੜੀ ਮੰਗ ਸਾਡੀ ਚਿਹਰਾ ਤੋਂ ਹੈ, ਸਾਡੇ ਉਹਦੇ ਵਿੱਚ ਦਰਦ ਨੇ, ਸਾਡੇ ਫੇਕ ਐਨਕਾਊਂਟਰ ਹੋਏ ਨੇ, ਸਾਡੇ ਫੇਕ ਐਨਕਾਊਂਟਰ ਹੋਏ, ਸਾਡੀਆਂ ਕੋਈ ਮਤਲਬ ਕਿ ਖਾਲੜਾ ਸਾਹਿਬ ਦੇ ਜੋ ਕਾਊਂਟਿੰਗ ਕੀਤੀ ਉਹਦੀ ਕੋਈ ਪੜਤਾਲ ਹੀ ਨਹੀਂ ਹੋਈ। ਠੀਕ ਹੈ, ਮੈਂ ਪ੍ਰੋਫੈਸਰ ਸਾਹਿਬ ਵਿਚਾਲੇ ਰੋਕ ਰਿਹਾ, ਮੇਰਾ ਇੱਕ ਛੋਟਾ ਜਿਹਾ ਸਵਾਲ ਹੈ। ਉਸ ਮਤਲਬ ਮੇਰੀ ਗੱਲ ਪੂਰੀ ਕਰ ਜੀ, ਤੁਸੀਂ ਆਪਣੀ ਗੱਲ ਪੂਰੀ ਕਰੋ। ਕੁਲਦੀਪ ਜੀ ਇੱਕ ਸੈਕਿੰਡ, ਇਸ ਤਰੀਕੇ ਨਾਲ ਬਹੁਤ ਦੇਰ ਦੇ ਬਹੁਤ ਸ਼ਾਂਤੀ ਨਾਲ ਸੁਣ ਰਹੇ ਸੀ, ਉਹਨਾਂ ਦਾ ਹੱਕ ਹੈ ਨਾ ਆਪਣੀ ਗੱਲ ਰੱਖਣ ਦਾ, ਲੋਕਤੰਤਰ ਹੈ ਸਰ। ਕੁਲਦੀਪ ਜੀ ਥੋੜੀ ਜਿਹੀ ਵੇਟ ਕਰਿਓ ਪਲੀਜ਼। ਮੈਨੂੰ ਡਿਬੇਟ ਚ ਆਉਣ ਦਾ ਕੋਈ ਸ਼ੌਂਕ ਨਹੀਂ ਹੈ। ਨਹੀਂ, ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਸਰ ਕਿ ਤੁਸੀਂ ਆਪਣੀ ਗੱਲ ਰੱਖੋ, ਕੋਈ ਨਹੀਂ ਰੋਕ ਰਿਹਾ ਤੁਹਾਨੂੰ। ਪ੍ਰੋਫੈਸਰ ਸਾਹਿਬ ਮੈਂ ਇਹ ਗੱਲ ਕਹਿਣਾ ਕਿ ਜੇ ਇਸ ਦੇਸ਼ ਦੇ ਵਿੱਚ ਸਿੱਖਾਂ ਦੇ ਕਤਲੇਆਮ ਦੇ ਉੱਤੇ ਚਾਹੇ ਕਾਂਗਰਸ ਨੇ ਕਰਵਾਏ ਨੇ, ਸਭ ਨੂੰ ਪਤਾ ਹੈ, ਚਾਹੇ ਬੀਜੇਪੀ ਨੇ ਇਗਨੋਰ ਕੀਤਾ ਜਾਂ ਉੱਥੇ ਦਰਬਾਰ ਸਾਹਿਬ ਤੇ ਹਮਲਾ ਕਰਨ ਦੀ ਸਪੋਰਟ ਕੀਤੀ ਹੈ, ਇਹ ਸਭ ਨੂੰ ਪਤਾ ਹੈ। ਤੇ ਇਹਦੇ ਤੋਂ ਬਾਅਦ ਸਾਡੀ ਕੋਈ ਪੜਤਾਲ ਨਹੀਂ ਹੋਈ। ਗੁਰੂ ਗ੍ਰੰਥ ਸਾਹਿਬ ਜੀ ਵਾਲਾ ਮੁੱਦਾ ਹੈ, ਬਹਿਬਲ ਕਲਾ ਵਾਲਾ ਮੁੱਦਾ ਹੈ, ਕਿਸੇ ਵੀ ਗੱਲ ਤੇ ਕੋਈ ਵੀ ਸਿੱਟਾ ਨਹੀਂ ਨਿਕਲ ਰਿਹਾ। ਜੇ ਇੱਕ ਸਾਡਾ ਸਿੱਖ
ਕੈਨੇਡਾ 'ਚ ਮਰ ਗਿਆ, ਉਹਦੀ ਅੱਜ ਪੜਤਾਲ ਹੋ ਗਈ, ਇਹਨਾਂ ਸਾਰਿਆਂ ਨੂੰ ਤਕਲੀਫ ਹੋ ਗਈ। ਮੁੱਦੇ ਤੇ ਰਹਿ ਕੇ ਗੱਲ ਕਰੋ ਨਾ। ਠੀਕ ਹੈ, ਚਲੋ ਤੁਸੀਂ ਮੇਰਾ ਇੱਕ ਲੋਕਾਂ ਸਵਾਲ ਨੂੰ ਹੈ ਛੱਡ ਸਰ। ਦਿਓ। ਨਹੀਂ, ਇੱਕ ਸੈਕਿੰਡ ਪ੍ਰੋਫੈਸਰ ਤੁਸੀਂ ਸਾਹਿਬ, ਇਹ ਗੱਲਾਂ ਪੁਆਇੰਟ ਕਹਿਣ ਲੱਗੇ, ਕਾਂਗਰਸ ਇਹ ਕਰਦੀ ਆ, ਠੀਕ ਹੈ, ਨਹੀਂ ਚਲੋ ਆਪਾਂ ਪੁਆਇੰਟ ਤੇ ਰਹੀਏ ਨਾ, ਸਾਰੇ ਟਾਈਮ ਨਾ ਖਰਾਬ ਹੋਵੇ, ਪਿੱਛੇ ਬਹੁਤ ਘੱਟ ਟਾਈਮ ਹੈ। ਸਵਾਲ ਇਹ ਹੈ ਕਿ ਫਿਰ ਤੁਹਾਨੂੰ ਪੰਜਾਬ ਦੇ ਵਿੱਚ ਉਹਨਾਂ ਸਾਥ ਕਿਉਂ ਨਹੀਂ ਮਿਲਦਾ ਜਿੰਨਾ ਤੁਸੀਂ ਜ਼ਿਕਰ ਕਰ ਰਹੇ ਹੋ? ਜਿਹੜੀਆਂ ਪੋਲੀਟੀਕਲ ਪਾਰਟੀਆਂ ਅੱਜ ਵੀ ਬੈਠੀਆਂ ਨੇ, ਉਹ ਵੀ ਸਿੱਖਾਂ ਨੂੰ ਰਿਪਰੈਜ਼ੈਂਟ ਕਰਦੀਆਂ ਨੇ ਪੰਜਾਬ ਦੇ ਵਿੱਚ ਨਾ। ਪੰਜਾਬ ਦੇ ਵਿੱਚ ਤੁਸੀਂ ਬੇਅਦਬੀ ਵਾਲਾ ਮੁੱਦਾ, ਬਾਈਬਲ ਕਲਾਂ ਵਾਲਾ ਚੁੱਕ ਲਿਆ। 2015 ਤੋਂ ਲੈ ਕੇ ਹੁਣ ਤੱਕ ਸਿੱਖ ਹੀ ਪੰਜਾਬ ਦੇ ਮੁੱਖ ਮੰਤਰੀ ਨੇ, ਇਨਫੈਕਟ ਪਿਛਲੇ ਕਈ ਦਹਾਕਿਆਂ ਤੋਂ। ਤਾਂ ਗੱਲ ਇਹ ਹੈ ਕਿ ਸੱਤਾ ਤਾਂ ਸਿੱਖਾਂ ਦੇ ਹੱਥ ਦੇ ਵਿੱਚ ਹੈ ਨਾ ਪੰਜਾਬ ਦੇ ਵਿੱਚ। ਮੈਂ ਮੰਨਦਾ ਤੁਹਾਡੀ ਗੱਲ ਕਿ ਕਿਸ ਤਰ੍ਹਾਂ ਲੋਕ ਵਾਅਦਾ ਕਰਦੇ ਨੇ ਗੁਟਕਾ ਚੱਕ ਕੇ ਤੇ ਕਿੱਦਾਂ ਮੁੱਕਰ ਜਾਂਦੇ ਨੇ, ਇਹ ਵੀ ਤਾਂ ਦੱਸੋ ਨਾ। ਨਹੀਂ ਫਿਰ ਤੁਹਾਨੂੰ ਲੱਗਦਾ ਜੇ ਖਾਲਿਸਤਾਨ ਬਣ ਗਿਆ ਤਾਂ ਫਿਰ ਸਭ ਕੁਝ ਠੀਕ ਹੋ ਜਾਏਗਾ? ਨਹੀਂ, ਖਾਲਿਸਤਾਨ ਦੇ ਵਿੱਚ ਸਾਰੀਆਂ ਗੱਲਾਂ ਉਹ ਜਿਹੜਾ ਸਾਡੇ ਨਾਲ ਧੱਕਾ ਹੋ ਰਿਹਾ ਹੈ ਉਹਦਾ ਇਨਸਾਫ ਹੋਊਗਾ। ਨਹੀਂ ਫਿਰ ਗੱਲ ਦੇਖੋ, ਗੱਲ ਇਹ ਨਾ ਕਿ ਜਿਹੜੇ ਲੋਕ ਅੱਜ ਪੰਜਾਬ ਦੇ ਵਿੱਚ ਨੇ, ਨਹੀਂ ਇੱਕ ਸੈਕਿੰਡ ਸਰ, ਜਿਹੜੇ ਲੋਕ ਅੱਜ ਪੰਜਾਬ ਦੇ ਵਿੱਚ ਮੌਜੂਦ ਨੇ, ਰੂਲ ਤਾਂ ਉਹੀ ਕਰਨਗੇ ਨਾ। ਕੋਈ ਬਾਹਰੋਂ ਤਾਂ ਨਹੀਂ ਆਏਗਾ ਪੰਜਾਬ ਦੇ ਵਿੱਚ ਕਿ ਖਾਲਿਸਤਾਨ ਬਣ ਗਿਆ ਹੁਣ ਠੀਕ ਹੈ ਸਾਰੇ ਕੱਢ ਦੋ, ਬਾਹਰ ਤੋਂ ਨਵੇਂ ਲੈ ਕੇ ਆਓ, ਇਹਨਾਂ ਨੂੰ ਸਾਰਾ ਕੁਝ ਆਉਂਦਾ। ਕਿਉਂ ਕੱਢੋ? ਜੇ ਕੋਈ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਤੇ ਕੋਈ ਬਾਹਰ ਮੈਂ ਉਹੀ ਕਹਿ ਰਿਹਾ ਨਾ ਕਿ ਪੰਜਾਬ ਦੇ ਲੋਕ ਹੀ ਰੂਲ ਕਰਨਗੇ, ਜਿਹੜੇ ਹੁਣ ਕਰ ਰਹੇ ਆ ਉਹੀ ਉਦੋਂ ਕਰਨਗੇ। ਉਹ ਯਾਰ ਮਹਾਰਾਜਾ ਰਣਜੀਤ ਸਿੰਘ ਲਾਹੌਰ ਚ ਲੈ ਲਓ ਯਾਰ, ਤੁਸੀਂ ਖਾਲਿਸਤਾਨ ਕਿਉਂ ਤੁਸੀਂ ਸਾਨੂੰ ਪਰੇਸ਼ਾਨ ਕਰੀ ਜਾਂਦੇ ਉਹ ਸਰਦਾਰਾ ਵਿੱਚ ਨਾ ਬੋਲ, ਲਾਹੌਰ ਵੀ ਸਾਡਾ ਹੈ ਤੇ ਇਹ ਵੀ ਸਾਡਾ ਹੈ। ਮੈਂ ਲੈ ਲਓ ਫਿਰ ਲਾਹੌਰ ਤੋਂ ਤੁਹਾਨੂੰ ਕੌਣ ਰੋਕਦਾ? ਉਧਰ ਤਾਂ ਤੁਹਾਡੇ ਤੋਂ ਜਾਇਆ ਨਹੀਂ ਜਾਂਦਾ, ਉਧਰ ਤਾਂ ਸੁਣਦਾ ਕਰਾ ਕੇ ਸਾਰੇ। ਕਿਉਂ ਤੁਸੀਂ ਬਿਨਾਂ ਗੱਲ ਤੋਂ ਦੁਬਾਰਾ ਥੋੜਾ ਡੈਕੋਰਮ ਰੱਖਿਆ ਸਰ। ਦੇਖੋ ਚਰਚਾ ਬਹੁਤ ਦਲੀਲ ਨਾਲ ਗੱਲ ਕਰ। ਜੀ ਪਲੀਜ਼, ਮੈਂ ਸਾਰਿਆਂ ਨੂੰ ਰਿਕੁਐਸਟ ਕਰ ਰਿਹਾ, ਇੱਕ ਇੱਕ ਕਰਕੇ ਗੱਲ ਰੱਖੋ ਥੋੜਾ ਜਿਹਾ। ਸਰਕਾਰ ਨੇ ਦਲੀਲ ਨਾਲ ਗੱਲ ਕਰ ਰਹੇ ਆ, ਦੋ ਦੇਸ਼ਾਂ ਦੇ ਦਲੀਲ ਨਾਲ ਸਵਾਲ ਹੈ, ਲਾਹੌਰ ਕਿੱਥੋਂ ਆ ਗਿਆ ਸਵਾਲ ਹੈ ਇਹਨਾਂ ਗੱਲਾਂ ਤੇ ਖੜੀ ਆ ਗਿਆ। ਔਰ ਜੇ ਐਡਾ ਹੀ ਸ਼ੌਕ ਹੈ ਤਾਂ ਲਾਹੌਰ ਲੈ ਲਓ, ਕੌਣ ਰੋਕਦਾ? ਲਾਹੌਰ ਕਿੱਥੋਂ ਆ ਗਿਆ? ਗੱਲ ਤਾਂ ਇੱਥੇ ਬੈਠਾ, ਸਾਰੇ ਸੁਣਦਾ ਮੈਂ ਤਾਂ ਕਰਾਂਗੇ। ਇੱਥੇ ਬੈਠਾ ਗੱਲ ਕਰ ਰਿਹਾ, ਲਾਹੌਰ ਕਿੱਥੋਂ ਵਿੱਚ ਆ ਗਿਆ? ਠੀਕ ਹੈ, ਚਲੋ ਮੈਂ ਕਹਾ ਸਮਾਂ ਬਹੁਤ ਪੂਰਾ ਮੈਂ ਇੱਕ ਛੋਟਾ ਰਿਐਕਸ਼ਨ ਲੈਣਾ, ਇੱਕ ਵਾਰੀ ਥੋੜੇ ਵੇਟ ਕਰੋ ਪ੍ਰੋਫੈਸਰ ਸਾਹਿਬ, ਮੈਂ ਕੋਸ਼ਿਸ਼ ਕਰੂੰਗਾ ਤੁਹਾਡੇ ਕੋਲ ਦੁਬਾਰਾ ਆ ਸਕਾਂ। ਭੁੱਲਰ ਜੀ ਮਤਲਬ ਕਿ ਦੇਖੋ ਗੌਰਵ ਜੀ, ਪ੍ਰੋਫੈਸਰ ਸਾਹਿਬ ਥੋੜੀ ਵੇਟ ਕਰਿਓ ਸਰ। ਐਮਪੀ ਸਿੰਘ ਜੀ ਮੈਂ ਤੁਹਾਡੇ ਕੋਲ ਵਾਪਸ ਆਉਣਾ। ਭੁੱਲਰ ਜੀ ਮੈਂ ਜ਼ਿਆਦਾ ਟਾਈਮ ਨਹੀਂ ਦੇ ਪਾਉਂਗਾ, ਕੋਈ ਨਹੀਂ, ਮੈਂ ਬਸ ਸ਼ਾਰਟ ਕਰਨਾ ਜੀ। ਇੱਕ ਧਾਰੀਵਾਲ ਸਾਹਿਬ ਨੇ ਗੱਲ ਚੱਕੀ ਸੀ ਕਿ ਸਾਰਿਆਂ ਨੂੰ ਖਾਲਿਸਤਾਨ ਸਮਝਣ ਵਾਲੀ ਗੱਲ। ਮੈਂ ਧਾਰੀਵਾਲ ਸਾਹਿਬ ਨੂੰ ਇੱਕ ਰਿਕੁਐਸਟ ਕਰੂੰਗਾ ਕਿ ਜਦੋਂ ਕਿਸਾਨੀ ਅੰਦੋਲਨ ਸ਼ੁਰੂ ਹੋਇਆ ਸੀਗਾ, ਆਪਣੇ ਉਸ ਟਾਈਮ ਦੇ ਮੰਤਰੀਆਂ ਦੇ ਬਿਆਨ ਚੈੱਕ ਕਰ ਲੈਣ ਵੀ ਕੀ ਸੀ ਉਹਨਾਂ ਬਾਰੇ, ਜਿਹੜੇ ਕਿਸਾਨ ਜਿਹੜੇ ਧਰਨਾ ਦੇਣ ਲਈ ਤੁਰੇ ਸੀ। ਇੱਕ ਮਿੰਟ ਧਾਰੀਵਾਲ ਸਾਹਿਬ, ਮੈਂ ਤੁਹਾਨੂੰ ਟੋਕਿਆ ਨਹੀਂ, ਵੇਟ ਕਰਿਓ ਤੁਹਾਡੇ ਕੋਲ, ਮੈਂ ਜਵਾਬ ਲੈਣਾ ਤੁਹਾਡੇ ਤੋਂ, ਬੇਫਿਕਰ ਕਰੋ, ਟਾਈਮ ਨਾ ਖਰਾਬ ਹੋਵੇ, ਟਾਈਮ ਬਹੁਤ ਪਿੱਛੇ ਘੱਟ ਹੈ ਆਪਣੇ ਕੋਲ, ਮੈਂ ਵਾਈਂਡ ਅਪ ਕਰਨਾ, ਥੋੜਾ ਵੇਟ ਕਰਿਓ ਕੁਲਦੀਪ ਜੀ ਪਲੀਜ਼। ਭੁੱਲਰ ਸਾਹਿਬ ਕੰਪਲੀਟ ਕਰ ਲਓ। ਤੁਸੀਂ ਜਵਾਬ ਦਿਓ ਸਰ, ਕੋਈ ਦਿੱਕਤ ਨਹੀਂ ਹੈ, ਜਵਾਬ ਦਿਓ, ਥੋੜਾ ਜਿਹਾ ਵੇਟ ਕਰੋ, ਤੁਹਾਡੇ ਕੋਲ ਵੀ ਆਉਂਗਾ ਮੈਂ ਜੀ। ਭੁੱਲਰ ਜੀ ਕੰਪਲੀਟ ਕਰ ਲਓ, ਤੁਸੀਂ ਗੱਲ ਕਰ ਲਓ ਆਪਣੀ, ਰੱਖ ਲਓ ਗੱਲ ਪਲੀਜ਼। ਦੂਸਰੀ ਗੱਲ ਕਿਹਾ ਸੀ, ਕਾਬ ਸਿੰਘ ਵਾਲਾ ਨੇ ਕਿਹਾ ਸੀ ਅਸੀਂ ਤਾਂ ਇੰਦਰਾ ਠੋਕਤੀ। ਤੇ ਉਸ ਦੂਸਰੀ ਗੱਲ, ਤੁਸੀਂ ਜਦੋਂ ਟਵਿਨ ਟਾਵਰ ਜਿਹੜੇ ਅਮਰੀਕਾ ਜਦੋਂ ਢਾਏ ਗਏ, ਉੱਥੇ ਹਮਲਾ ਕੀਤਾ ਗਿਆ, ਉਸ ਤੋਂ ਬਾਅਦ ਦੇ ਵਿੱਚ ਸਿੱਖਾਂ ਨੂੰ ਅਫਗਾਨਿਸਤਾਨੀ ਸਮਝ ਕੇ ਜਿਸ ਤਰੀਕੇ ਦੇ ਹਮਲੇ ਹੋਏ, ਸਿਰਫ ਇਹੀ ਸੀ ਨਾ ਕਿ ਪੱਗ ਦੇਖ ਕੇ ਹਮਲੇ ਹੋਏ ਨਾ ਜੀ। ਬਿਲਕੁਲ ਉਹੀ ਚੀਜ਼ ਇੱਥੇ ਹੈ। ਅਸੀਂ ਉਹ ਵੀ ਸਮਾਂ ਦੇਖਿਆ ਹੈ ਕਿ ਜਦੋਂ ਬੱਸ ਦੇ ਵਿੱਚ ਇੱਕ ਸਿੱਖ ਬੈਠਾ ਹੁੰਦਾ ਸੀਗਾ ਤੇ ਸਾਰੇ ਸੇਫ ਫੀਲ ਕਰਦੇ ਸੀ ਆਪਣੇ ਆਪ ਨੂੰ। ਅਸੀਂ ਉਹ ਵੀ ਸਮਾਂ ਦੇਖਿਆ ਹੈ ਕਿ ਜਦੋਂ ਬੱਸ 'ਚ ਕੋਈ ਸਿੱਖ ਬੈਠਾ ਹੁੰਦਾ ਸੀਗਾ, ਬੱਸ ਖਾਲੀ ਹੋ ਜਾਂਦੀ ਸੀ, ਕਿਉਂਕਿ ਉਹਨਾਂ ਨੂੰ ਇੱਕ ਤਰ੍ਹਾਂ ਦਾ ਖੜਕੂਵਾਦ ਜਾਂ ਆਤਵਾਦੀ ਸਮਝਿਆ ਜਾਂਦਾ ਸੀਗਾ। ਉਹੀ ਤਾਂ ਚਿੰਤਾ ਨਾ ਸਰ, ਉਹ ਦੁਬਾਰਾ ਨਾ ਆ ਜਾਏ, ਬਸ ਉਹੀ ਚਿੰਤਾ ਹੈ, ਇਸ ਕਰਕੇ ਤਾਂ ਡਿਬੇਟ ਕਰ ਰਹੇ ਹਾਂ। ਚੀਜ਼ ਨੂੰ ਉਸ ਪਾਸੇ ਨਾ ਲੈ ਕੇ ਜਾਈਏ, 40 ਸਾਲ ਪਹਿਲਾਂ ਹੀ ਭੁਗਤਿਆ। ਚਲੋ ਸਮਾਂ ਘੱਟ ਹੈ, ਕੁਲਦੀਪ ਜੀ ਥੋੜੀ ਵੇਟ ਕਰਿਓ, ਇਕੱਠੇ ਜਵਾਬ ਦਿਓ ਸਰ, ਇਕੱਠੇ ਜਵਾਬ ਦਿਓ। ਸੰਧੂ ਸਾਹਿਬ ਤੁਹਾਡਾ ਫਾਈਨਲ ਰਿਐਕਸ਼ਨ, ਸਮਾਂ ਬਹੁਤ ਘੱਟ ਹੈ ਮੇਰੇ ਕੋਲ। ਮੇਰਾ ਫਾਈਨਲ ਰਿਐਕਸ਼ਨ ਇਹ ਆ ਵੀ ਇਹੋ ਜਿਹੇ ਬੀਜੇਪੀ ਦੇ ਬੁਲਾਰੇ ਜਿਹੜੀ ਡਿਬੇਟ ਕੱਟਦੇ ਆ, ਕੀ ਫਾਇਦਾ? ਜਿਹੜੇ ਪਾਕਿਸਤਾਨ ਦੇ ਵਿੱਚ ਜਿਹੜੇ ਬੰਦੇ ਲਾਹੌਰ 'ਚ ਵੀ ਰਹਿ ਗਏ, ਇਹਨਾਂ ਦਾ ਮੈਂ ਦੱਸਿਆ ਕੋਈ ਟੱਬਰ ਦਾ ਜੀ ਰਹਿ ਨਹੀਂ ਗਿਆ। ਜਿਨ੍ਹਾਂ ਦੇ ਰਹਿ ਗਏ ਨਾ, ਜਿਹੜੇ ਕਹਿੰਦੇ ਬਾਜਵੇ, ਗਿੱਲ ਤੇ ਰੰਧਾਵੇ ਰਹਿ ਗਏ, ਜਿਨ੍ਹਾਂ ਨੇ ਸੁਣਤਾ ਕਰਾ ਲਈਆਂ। ਇਹ 47 ਵੇਲੇ ਇਹਨਾਂ ਦੇ ਪੁੱਛਿਓ ਕਿਤੇ ਫੋਰ ਫਾਦਰ ਹੋਏ, ਅਸੀਂ ਆਪਣੇ ਬਜ਼ੁਰਗਾਂ ਕੋਲ ਪੁੱਛਿਆ ਕੀ ਹਾਲਾਤ ਸੀ ਇੱਧਰ ਤੇ ਉੱਧਰ। ਤੁਸੀਂ ਇਹੋ ਜਿਹੀਆਂ ਗੱਲਾਂ ਕਰਕੇ ਅੱਜ ਆਪਣੇ ਮੈਨੂੰ ਤੇ ਤੁਹਾਡੇ ਤੇ ਸ਼ਰਮਿੰਦਗੀ ਹੋਣ ਡਈ ਵੀ ਮੈਂ ਐਸੇ ਬੰਦੇ ਨਾਲ ਡਿਬੇਟ ਕਰਨਾ ਜਿਹੜੀ ਇਸ ਤਰ੍ਹਾਂ ਲੈਵਲ ਦੀ ਰਾਜਨੀਤੀ ਕਰਦਾ ਔਰ ਇਸ ਲੈਵਲ ਦੀ ਡਿਬੇਟ ਕਰਦਾ। ਉਹ ਯਾਰ ਕੋਈ ਸ਼ਰਮ ਕਰੀਏ, ਆਪਾਂ ਕੋਈ ਸਰਦਾਰ ਆ, ਆਪਾਂ ਕੋਈ ਖਾਲਸੇ, ਆਪਾਂ ਕਿਸ ਤਰ੍ਹਾਂ ਦੀ ਆਪਾਂ ਗੱਲ ਕਰਨ ਦੇ ਆ। ਗੱਲ ਕਰਨ ਲੱਗੇ ਤੁਸੀਂ ਵੇਖੋ ਵੀ ਕਿਸ ਤਰ੍ਹਾਂ ਦੀ ਗੱਲ ਕਰਨ ਆ। ਮੈਂ ਬਿਆਨ ਵੀ ਡਿਬੇਟ ਤੇ ਇੱਕ ਬੰਨੇ ਰਹਿ ਗਈ, ਤੁਸੀਂ ਆ ਬਿਆਨ ਦਿੱਤਾ ਹੈ, ਸ਼ਰਮਨਾਕ ਬਿਆਨ ਹੈ। ਇਸ ਬਿਆਨ ਦੀ ਮੈਂ ਸਖਤ ਸ਼ਬਦਾਂ 'ਚ ਨਿਖੇਧੀ ਕਰਦਾ, ਮੈਂ ਬਾਕੀ ਬਿਆਨ ਦਿੰਦਾ ਹੀ ਕੋਈ ਨਹੀਂ। ਕੁਲਦੀਪ ਜੀ। ਗੌਰਵ ਜੀ ਦੇਖੋ, ਮੈਂ ਇਸ ਵਿਸ਼ੇ ਤੇ ਇੱਕੋ ਹੀ ਗੱਲ ਕਰਨੀ ਚਾਹਣਾ, ਕਾਂਗਰਸ ਤੇ ਅਕਾਲੀ ਦਲ ਨੂੰ ਪਹਿਲਾਂ ਆਪਦਾ ਸਟੈਂਡ ਸਪਸ਼ਟ ਕਰਨਾ ਚਾਹੀਦਾ, ਕਿਉਂਕਿ ਇਹਨਾਂ ਦਾ ਸਟੈਂਡ ਹੀ ਕਲੀਅਰ ਨਹੀਂ ਹੈਗਾ। ਅੱਜ ਦੇਸ਼ ਦੇ ਨਾਲ ਕੌਣ ਕੌਣ ਖੜਾ, ਦੇਸ਼ ਦੇ ਲੋਕ ਜਾਣ ਰਹੇ ਆ, ਪੰਜਾਬ ਦੇ ਲੋਕ ਜਾਣ ਰਹੇ ਆ, ਉਹਨਾਂ ਨੂੰ ਪਤਾ ਲੱਗ ਰਿਹਾ।
ਮਾਨ ਸਾਹਿਬ ਦੀ ਪਾਰਟੀ ਨੇ ਕਹਿਤਾ ਵੀ ਅਸੀਂ ਤਾਂ ਖਾਲਿਸਤਾਨ ਨਾਲ ਖੜੇ ਹਾਂ, ਤਾਂ ਠੀਕ ਹੈ, ਆਪਣੇ ਦੇਸ਼ ਦੇ ਵਿੱਚ ਆਜ਼ਾਦੀ ਹੈ ਇਸ ਤਰ੍ਹਾਂ ਦੀ ਗੱਲ ਕਰਨ ਦੀ, ਤਾਂ ਉਹਨਾਂ ਨੇ ਜੇ ਗੱਲ ਕੀਤੀ ਆ, ਲੋਕ ਉਹਨਾਂ ਨੂੰ ਵੋਟਾਂ ਪਾਉਂਦੇ ਕਿ ਠੀਕ ਹੈ ਨਹੀਂ ਪਾਉਂਦੇ ਕੁਲਦੀਪ ਜੀ, ਪਤਾ ਚਲੋ ਲੱਗ ਇੱਕ ਗਿਆ। ਛੋਟਾ ਜਿਹਾ ਸਵਾਲ ਸਰ ਮੇਰਾ, ਮੈਂ ਵਾਈਂਡ ਅਪ ਕਰਨਾ ਹੈ। ਤੁਹਾਨੂੰ ਨਹੀਂ ਲੱਗ ਰਿਹਾ ਕਿ ਇਹ ਖਾਲਿਸਤਾਨ ਦਾ ਮੁੱਦਾ ਜੋ ਕੈਨੇਡਾ ਭਾਰਤ ਦੇ ਵਿਚਾਲੇ ਵਿਵਾਦ ਦੀ ਵਜ੍ਹਾ ਬਣਿਆ ਹੋਇਆ ਹੈ, ਇਸ ਦੀ ਵਜ੍ਹਾ ਨਾਲ ਕਿਤੇ ਨਾ ਕਿਤੇ ਜਿਹੜੇ ਸਿੱਖ ਭਾਈਚਾਰੇ ਦੇ ਲੋਕ ਨੇ ਉਹਨਾਂ ਨੂੰ ਟਾਰਗੇਟ ਕਰਨ ਦੀ ਕੋਸ਼ਿਸ਼ ਹੋ ਰਹੀ ਹੈ? ਤੁਹਾਨੂੰ ਨਹੀਂ ਲੱਗਦਾ ਇਸ ਤਰੀਕੇ ਨਾਲ? ਦੇਖੋ, ਭਾਰਤ ਦੇ ਵਿੱਚ ਤਾਂ ਕਦੇ ਨਹੀਂ, ਪਰ ਇਹ ਕੈਨੇਡਾ ਨੇ ਜਿਹੜਾ ਉੱਥੇ ਕੋਸ਼ਿਸ਼ ਕੀਤੀ, ਗੁਰਪ੍ਰਵੰਤ ਪੰਨੂ ਨੇ, ਉਹਨੇ ਸਪੈਸ਼ਲੀ ਇਹ ਗੱਲ ਕਹੀ ਹੈ ਕਿ ਸਾਰੇ ਹਿੰਦੂ ਕੈਨੇਡਾ ਛੱਡ ਜਾਓ। ਉਸ ਭਾਰਤ ਦੇ ਵਿੱਚ ਸਰ ਨਹੀਂ ਲੱਗਣਾ ਵੀ ਨਹੀਂ ਹੈ ਨਾ, ਪੰਜਾਬ ਦੇ ਵਿੱਚ ਥੋੜੀ ਲੱਗੇਗਾ। ਮੈਂ ਪੁਆਇੰਟ ਤਾਂ ਉਹੀ ਕਹਿ ਰਿਹਾ ਸੀਗਾ ਕਿ ਤੁਸੀਂ ਵਰਲਡ ਵਾਈਡ ਇਸ ਚੀਜ਼ ਨੂੰ ਸੋਚੋ ਕਿ ਕਿਵੇਂ ਦੀ ਇਮੇਜ ਬਣਦੀ ਹੈ ਜਾਂ ਕਿਸ ਤਰੀਕੇ ਨਾਲ ਲੋਕ ਨਜ਼ਰ ਨਾਲ ਦੇਖਦੇ ਨੇ, ਉਹ ਇੱਕ ਜ਼ਰੂਰ ਚਿੰਤਾ ਵਾਲਾ ਵਿਸ਼ਾ ਹੋ ਜਾਂਦਾ ਹੈ। ਮੈਨੂੰ ਯਾਦ ਹੈ ਕਿ ਪਿਛਲੇ 2-4-5 ਸਾਲਾਂ 'ਚ ਥੋੜੀ ਘਟੀਆਂ ਖਬਰਾਂ, ਪਹਿਲਾਂ ਆਇਡੈਂਟੀਟੀ ਕ੍ਰਾਈਸਿਸ ਨੂੰ ਲੈ ਕੇ ਬਹੁਤ ਸਾਰੀਆਂ ਖਬਰਾਂ ਆਉਂਦੀਆਂ ਸੀ, ਟਾਰਗੇਟ ਕੀਤਾ ਗਿਆ, ਅਫਗਾਨੀ ਸਮਝ ਕੇ ਟਾਰਗੇਟ ਕਰ ਦਿੱਤਾ ਗਿਆ। ਇਹ ਬਹੁਤ ਚਿੰਤਾ ਦਾ ਵਿਸ਼ਾ ਹੁੰਦਾ ਹੈ। ਚਲੋ ਸਮਾਂ ਬਹੁਤ ਘੱਟ ਹੈ, ਮੈਂ ਪ੍ਰੋਫੈਸਰ ਸਾਹਿਬ ਦਾ ਇੱਕ ਕਮੈਂਟ ਲੈ ਲਵਾਂ। ਪ੍ਰੋਫੈਸਰ ਸਾਹਿਬ, ਤੁਹਾਨੂੰ ਲੱਗਦਾ ਹੈ ਕਿ ਜੋ ਇਹ ਸਰਕਮਸਟੈਂਸਿਸ ਬਣੇ ਹੋਏ ਨੇ, ਇਹ ਵਰਲਡ ਵਾਈਡ ਇੱਕ ਬਹੁਤ ਚਿੰਤਾ ਵਾਲਾ ਵਿਸ਼ਾ, ਖਾਸ ਤੌਰ ਤੇ ਸਿੱਖ ਭਾਈਚਾਰੇ ਦੇ ਲਈ? ਬਿਲਕੁਲ, ਇਹ ਅੱਜ ਦਾ ਚਿੰਤਾ ਦਾ ਵਿਸ਼ਾ ਨਹੀਂ, ਇਹ ਹਮੇਸ਼ਾ ਸੀ, ਅੱਜ ਇਹ ਸਾਹਮਣੇ ਆ ਗਿਆ। ਮੈਂ ਦੋ ਗੱਲਾਂ ਸਿਰਫ ਕਰਾਂਗਾ ਬਹੁਤ ਛੋਟੀ ਟਾਈਮ ਦੇ ਵਿੱਚ, ਕਿ ਅੱਜ ਦੀ ਜਿਹੜੀ ਡਿਬੇਟ ਹੋਈ ਹੈ ਉਹਦੇ ਵਿੱਚ ਮੁੱਦੇ ਤੋਂ ਭਟਕਣ ਦਾ ਜਿਹੜਾ ਸਾਰਾ ਸਿਰ ਹੈ ਉਹ ਬੀਜੇਪੀ ਵਾਲੇ ਜਿਹੜੇ ਨੁਮਾਇੰਦੇ ਨੇ, ਇਹਨਾਂ ਨੂੰ ਦੇ ਦਿਓ, ਇਹਨਾਂ ਨੂੰ ਕਿਸੇ ਨੂੰ ਨਹੀਂ ਸੁਣਨ ਦਿੱਤਾ। ਇਹਨਾਂ ਨੇ ਇਹ ਕਿਹਾ ਵੀ ਸਾਡਾ ਰਾਜ ਹੈ, ਅਸੀਂ ਹੀ ਗੱਲ ਕਰਾਂਗੇ। ਇਹ ਕਰਕੇ ਡਿਬੇਟ ਦਾ ਜਿਹੜਾ ਤੱਥ ਹੈ ਉਸ ਤੋਂ ਦੂਰ ਹੋ ਕੇ ਗੱਲ ਹੋਈ ਹੈ। ਮੈਂ ਜ਼ਰੂਰ ਇਹ ਗੱਲ ਕਹਾਂਗਾ, ਲੋਕ ਸਾਨੂੰ ਵੋਟ ਪਾਉਣ ਜਾਂ ਨਾ ਪਾਉਣ, ਇਹ ਗੱਲ ਮਤਲਬ ਕਿ ਵੋਟਾਂ ਹੀ ਦੱਸਣਗੀਆਂ, ਉਹ ਅੱਜ ਇੱਥੇ ਟਾਈਮ ਨਹੀਂ ਹੈ। ਪਰ ਅਸੀਂ ਖਾਲਿਸਤਾਨ ਤੇ ਸਟੈਂਡ ਕਰਦੇ ਹਾਂ ਤੇ ਟਰੂਡੋ ਦੇ ਬਿਆਨ ਨਾਲ ਸਹਿਮਤ ਹਾਂ। ਠੀਕ ਹੈ, ਚਲੋ ਸਰ, ਸ਼ੁਕਰੀਆ, ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। ਭੁੱਲਰ ਜੀ ਤੁਹਾਡਾ ਵੀ ਧੰਨਵਾਦ, ਸੰਧੂ ਸਾਹਿਬ ਤੁਹਾਡਾ ਵੀ, ਧਾਲੀਵਾਲ ਸਾਹਿਬ ਤੁਹਾਡਾ ਵੀ ਧੰਨਵਾਦ। ਪ੍ਰੋਫੈਸਰ ਸਾਹਿਬ ਬਹੁਤ ਸਪਸ਼ਟ ਸ਼ਬਦਾਂ ਦੇ ਵਿੱਚ ਇਹ ਗੱਲ ਤਾਂ ਜ਼ਰੂਰ ਕਹਿ ਗਏ ਨੇ, ਪਰ ਕੀ ਵਾਕਈ ਹੀ ਪੰਜਾਬ ਦੇ ਵਿੱਚ ਕੋਈ ਬਹੁਤ ਵੱਡੀ ਗਿਣਤੀ ਹੈ ਜਿਹੜੇ ਸਿੱਧੇ ਤੌਰ ਦੇ ਉੱਤੇ ਖਾਲਿਸਤਾਨ ਦਾ ਸਮਰਥਨ ਕਰਦੇ ਨੇ? ਹੁਣ ਤੱਕ ਇਸ ਤਰੀਕੇ ਨਾਲ ਪੰਜਾਬ ਦੇ ਵਿੱਚ ਕੋਈ ਅਜਿਹੀ ਗੱਲ ਤਾਂ ਨਜ਼ਰ ਨਹੀਂ ਆਈ, ਪਰ ਕੀ ਵਾਕਈ ਇਸ ਦਾ ਅਸਰ ਪੰਜਾਬ ਦੀਆਂ ਜਾਂ ਦੇਸ਼ ਦੀਆਂ ਚੋਣਾਂ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਨਜ਼ਰ ਆ ਸਕਦਾ ਹੈ ਇਸ ਪੂਰੇ ਕ੍ਰਾਈਸਿਸ ਦਾ? ਉਹ ਜ਼ਰੂਰ ਦੇਖਣ ਵਾਲੀ ਗੱਲ ਹੋਏਗੀ ਕਿ ਪੋਲਰਾਈਜੇਸ਼ਨ ਜੇ ਕੈਨੇਡਾ ਦੇ ਵਿੱਚ ਹੋ ਰਹੀ ਹੈ ਤਾਂ ਕਿ ਉਸ ਦਾ ਅਸਰ ਪੋਲਰਾਈਜੇਸ਼ਨ ਦਾ ਭਾਰਤ ਦੇ ਵਿੱਚ ਨਜ਼ਰ ਆ ਸਕਦਾ ਹੈ। ਚੋਣਾਂ ਕਿਉਂਕਿ ਦੇਸ਼ ਦੇ ਵਿੱਚ ਜ਼ਿਆਦਾ ਦੂਰ ਨਹੀਂ ਨੇ।